ਜੇਲ੍ਹਾਂ ਦੇ ਵਿੱਚ ਕ੍ਰਾਈਮ ਜਿਹੜਾ ਨਹੀਂ ਰੁਕ ਪਾ ਰਿਹਾ। ਅੱਜ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚੋਂ ਇੱਕ ਡਾਕਟਰ ਨੂੰ ਰੰਗੇ ਹੱਥੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਕਿਹਾ ਜਾ ਰਿਹਾ ਵੀ ਉਹਦੇ ਕੋਲ ਚਿੱਟਾ ਵੀ ਸੀ। ਜੇਲ੍ਹ ਅਧਿਕਾਰੀਆਂ ਦੀ ਸ਼ਮੂਲੀਅਤ ਤੋਂ ਬਿਨਾ ਇਹ ਕੰਮ ਨਹੀਂ ਹੋ ਸਕਦਾ। ਤਾਂ ਵੇਖ ਲਓ ਅੱਜ ਸਿੱਟਾ ਸਾਹਮਣੇ ਆ ਗਿਆ। ਡਾਕਟਰ ਦਵਿੰਦਰ ਸਿੰਘ ਜੀ ਫੜੇ ਗਏ ਆ 194 ਗ੍ਰਾਮ ਚਿੱਟੇ ਦੇ ਨਾਲ। ਅੰਨਾ ਹਜ਼ਾਰੇ ਦਾ ਅੰਦੋਲਨ ਵੀ ਇਹ ਕਿਹਾ ਵੀ ਸੀ ਬਦਲਾਵ, ਸੜੀ ਗਲੀ ਰਾਜਨੀਤੀ, ਸੜੇ ਗਲੇ ਸਿਸਟਮ ਨੂੰ ਠੀਕ ਕਰਨ ਵਾਸਤੇ ਹੀ ਰਾਜਨੀਤੀ ਆਏ ਤੇ ਪਰ ਇਹ ਆਪ ਸੜੇ ਗਲੇ ਸਿਸਟਮ ਦਾ ਹਿੱਸਾ ਬਣ ਗਏ। IRS ਹੋਵੇ, ਉਹਨੂੰ ਪਤਾ ਵੀ ਇਨਕਮ ਟੈਕਸ ਅਫਸਰ ਰਿਹਾ ਹੋਵੇ ਤੇ ਦੇਸ਼ ਦੀ ਅਰਥ ਵਿਵਸਥਾ ਕਿੱਦਾਂ ਤਾਂ ਚੁੱਕਣੀ ਆ। ਕੀ ਮੂਰਤੀਆਂ ਲਾ ਕੇ ਅਰਥ ਵਿਵਸਥਾ ਚੁੱਕੀ ਸਕਦੀ ਭੰਡਾਰੀ ਸਾਹਿਬ? ਭਗਵੰਤ ਮਾਨ ਉਹਨਾਂ ਨੂੰ ਅਸੀਂ ਪਹਿਲੇ ਵੀ ਬੇਨਤੀ ਕੀਤੀ ਵੀ ਜਿਹੜੇ ਬੰਦੇ ਵਿਜੀਲੈਂਸ ਤੋਂ ਫੜੇ ਗਏ ਆ ਜਾਂ ਜਿਨ੍ਹਾਂ ਨੂੰ ਚਾਰਜ ਸ਼ੀਟ ਕੀਤਾ ਗਿਆ ਪਹਿਲੇ ਕਿਸੇ ਨਾ ਕਿਸੇ ਆਰੋਪ ਦੇ ਵਿੱਚ, ਤੇ ਉਹਨਾਂ ਨੂੰ ਪ੍ਰਾਈਮ ਪੋਸਟਾਂ ਨਹੀਂ ਦੇਣੀਆਂ ਚਾਹੀਦੀਆਂ। ਉਹ ਕਿਉਂ? ਉਹਨਾਂ ਦੀ ਕਮਾਊ ਪੋਤਾ ਪੈਸਾ ਉਹਨੇ ਕਮਾ ਕੇ ਦੇਣਾ, ਹੋਰ ਨਹੀਂ ਕਿਸੇ ਨੇ ਦੇਣਾ। ਜਿਹੜੇ ਵਿਜੀਲੈਂਸ ਤੋਂ ਫੜੇ ਗਏ ਉਹਨਾਂ ਡਰ ਲੈ ਗਿਆ ਨਾ। ਹੁਣ ਜਿਹਦੀ ਕਿ ਤੇਲੰਗਾਨਾ ਦੇ ਵਿੱਚ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਵੀ ਪੁਲਿਸ ਦਾ ਬਿਆਨ ਹੈ ਉੱਥੇ ਕਹਿਣਾ ਵੀ ਜੇ TRS ਦੇ 4 ਵਿਧਾਇਕਾਂ ਨੂੰ ਖਰੀਦਣ ਵਾਸਤੇ 100 ਕਰੋੜ ਰੁਪਏ ਦੀ ਜਿਹੜੀ ਡੀਲ ਹੋਈ ਹੈ। ਤੁਹਾਨੂੰ ਪਤਾ ਵੀ ਅੱਗੇ ਵੀ BJP ਦੇ ਰੋਪ ਲੱਗੇ ਗੋਆ 'ਚ ਜੀ, ਮਹਾਰਾਸ਼ਟਰ 'ਚ ਜੀ, ਮੱਧ ਪ੍ਰਦੇਸ਼ 'ਚ ਜੀ, ਤੇ ਹੁਣ ਆਪ ਪਾਰਟੀ ਨੇ ਪੰਜਾਬ 'ਚ ਵੀ ਰੋਪ ਲਾਏ। ਘਰ ਵਿੱਚ BJP ਕੋਈ ਨਾ ਕੋਈ ਉਲਟ ਪੁਲਟ ਤੇ ਕਰ ਹੀ ਦਿੰਦੀ ਜੇ। ਦੇਸ਼ ਵਿਦੇਸ਼ ਵਸਦੇ ਸਾਰੇ ਪੰਜਾਬੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਦੀਪਕ ਭੰਡਾਰੀ ਤੇ ਤੁਸੀਂ ਦੇਖ ਰਹੇ ਹੋ D4U ਨਿਊਜ਼। ਸਾਡੇ ਵਿਸ਼ੇਸ਼ ਪ੍ਰੋਗਰਾਮ ਖਰੀਆਂ ਖਰੀਆਂ 'ਚ ਤੁਹਾਡਾ ਸਵਾਗਤ ਹੈ। ਜੇਲ੍ਹ ਦੇ ਵਿੱਚ ਆਖਰਕਾਰ ਕੌਣ ਨਸ਼ਾ ਪਹੁੰਚਾ ਰਿਹਾ ਹੈ, ਕੌਣ ਉੱਥੇ ਮੋਬਾਈਲ ਪਹੁੰਚਾ ਰਿਹਾ ਹੈ, ਇੱਥੇ ਅਸੀਂ ਕਈ ਵਾਰੀ ਚਰਚਾ ਕੀਤੀ ਹੈ, ਪਰ ਹੁਣ ਜਿਹੜੀ ਹੈ ਬਿੱਲੀ ਥੈਲੇ 'ਚੋਂ ਬਾਹਰ ਆ ਗਈ ਹੈ। ਤੁਹਾਨੂੰ ਦੱਸਾਂਗੇ ਕਿ ਜੇਲ੍ਹ ਦੇ ਵਿੱਚ ਕੌਣ ਲੋਕ ਜਿਹੜੇ ਨੇ ਉਹ ਕੈਦੀਆਂ ਨੂੰ ਹਰ ਤਰ੍ਹਾਂ ਦੀ ਜਿਹੜੀ ਸੁਵਿਧਾ ਮੁਹੱਈਆ ਕਰਵਾਉਂਦੇ ਨੇ। ਇੱਕ ਡਾਕਟਰ ਨੂੰ ਫੜ ਲਿਆ ਗਿਆ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਕੀ ਸੱਤਾ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ। ਜੋ ਉਹਨਾਂ ਨੇ ਇੱਕ ਦਿਨ ਪਹਿਲੇ ਬਿਆਨ ਦਿੱਤਾ ਹੈ ਕਿ ਭਗਵਾਨ ਗਣੇਸ਼ ਔਰ ਲక్ష్ਮੀ ਮਾਂ ਦੀ ਤਸਵੀਰਾਂ ਜਿਹੜੀਆਂ ਉਹ ਭਾਰਤੀ ਕਰੰਸੀ ਤੇ ਲੱਗਣੀਆਂ ਚਾਹੀਦੀਆਂ। ਕੀ ਇਹ ਠੀਕ ਹੈ ਵੀ ਕਿਆ ਇਸ ਤਰ੍ਹਾਂ ਹੀ ਸਾਡਾ ਜਿਹੜਾ ਦੇਸ਼ ਹੈ ਉਹਦੀ ਆਰਥਿਕ ਸਥਿਤੀ ਵਾਕਈ ਸੁਧਰ ਜਾਊਗੀ, ਜਾਂ ਜਿਹੜੀ ਬਦਲਾਵ ਦੀ ਗੱਲ ਕਰਕੇ ਅਰਵਿੰਦ ਕੇਜਰੀਵਾਲ ਅੰਨਾ ਹਜ਼ਾਰੇ ਦੇ ਅੰਦੋਲਨ ਚੋਂ ਬਾਹਰ ਆਏ ਸੀਗੇ, ਕਿਆ ਉਹੀ ਹੁਣ ਰਵਾਇਤੀ ਪਾਰਟੀਆਂ ਵਾਂਗੂ ਹੋ ਗਏ ਨੇ ਵੀ ਵੋਟ ਲੈਣ ਵਾਸਤੇ ਕੁਝ ਵੀ ਕਰ ਸਕਦੇ ਨੇ। ਇਰੀਗੇਸ਼ਨ ਡਿਪਾਰਟਮੈਂਟ ਜਿਹੜਾ ਕਿ ਸਿੰਚਾਈ ਡਿਪਾਰਟਮੈਂਟ ਹੈ, ਪਹਿਲੇ ਵੀ ਤੁਹਾਨੂੰ ਯਾਦ ਹੋਣਾ ਹੈ 1000 ਕਰੋੜ ਰੁਪਏ ਦੇ ਜਿਹੜਾ ਇਹ ਘੁਟਾਲੇ ਦੇ ਆਰੋਪ ਇਸ ਡਿਪਾਰਟਮੈਂਟ 'ਚ ਲੱਗੇ ਸੀਗੇ। ਹੁਣ 2 ਇੰਜੀਨੀਅਰਾਂ ਨੂੰ ਲੈ ਕੇ ਇਹ ਡਿਪਾਰਟਮੈਂਟ ਫਿਰ ਇੱਕ ਵਾਰੀ ਸੁਰਖੀਆਂ 'ਚ ਆ ਗਿਆ ਹੈ। 2 ਐਸੇ ਇੰਜੀਨੀਅਰ ਨੂੰ ਸਰਹੰਦ ਲਗਾ ਦਿੱਤਾ ਗਿਆ ਹੈ ਜਿੱਥੋਂ ਉਹਨਾਂ ਨੂੰ ਪਹਿਲਾਂ ਹੀ ਚਾਰਜ ਸ਼ੀਟ ਕੀਤਾ ਸੀਗਾ। ਕੂੜੇ ਤੇ ਵੀ ਰਾਜਨੀਤੀ ਸ਼ੁਰੂ ਹੋ ਗਈ ਹੈ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੇ BJP ਦੋਨੋਂ ਪਾਰਟੀਆਂ ਆਮਨੇ ਸਾਹਮਣੇ ਹੋ ਗਈਆਂ। ਅਰਵਿੰਦ ਕੇਜਰੀਵਾਲ ਨੇ ਤੇ ਇੱਥੋਂ ਤੱਕ ਕਹਿਤਾ ਕਿ ਅਗਲੀ ਜਿਹੜਾ ਇਲੈਕਸ਼ਨ ਹੋਏਗਾ ਨਗਰ ਨਿਗਮ ਦਾ ਦਿੱਲੀ ਦੇ ਵਿੱਚ, ਉਹ ਕੂੜੇ ਨੂੰ ਲੈ ਕੇ ਹੋਏਗਾ। ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਪੈਰੋਲ ਤੇ ਬਾਹਰ ਨੇ। ਕਈ ਲੀਡਰ ਐਸੇ ਨੇ BJP ਦੇ ਹਰਿਆਣਾ ਦੇ ਨਾਲ ਸੰਬੰਧਿਤ ਨੇ ਜਿਹੜੇ ਉੱਥੇ ਮੱਥਾ ਟੇਕਣ ਜਾਂਦੇ ਨੇ, ਉਹਨੂੰ ਲੈ ਕੇ ਵੀ ਗੱਲਬਾਤ ਕਰਾਂਗੇ। ਉਪ ਰਾਸ਼ਟਰਪਤੀ ਮਹਿਮ ਜਗਦੀਪ ਧਨਕੜ ਇੱਕ ਦਿਨ ਪਹਿਲੇ ਅੰਮ੍ਰਿਤਸਰ ਦੌਰੇ ਤੇ ਆਉਂਦੇ ਨੇ, ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਦੇ ਨੇ, ਸ਼੍ਰੀ ਦੁਰਗਿਆਨਾ ਤੀਰਥ ਜਾਂਦੇ ਨੇ, ਵਾਲਮੀਕੀ ਤੀਰਥ ਵੀ ਮੱਥਾ ਟੇਕਦੇ ਨੇ, ਤੇ ਰੌਲਾ ਇਹ ਪੈਂਦਾ ਕਿ 15 ਮਿੰਟ ਉਹਨਾਂ ਨੂੰ ਇੰਤਜ਼ਾਰ ਕਰਨਾ ਪਿਆ। ਇੱਥੇ ਵੀ ਗੱਲ ਕਰਾਂਗੇ, ਪਰ ਇਸ ਦੇ ਨਾਲ ਇੱਕ ਸਵਾਲ ਇਹ ਵੀ ਜ਼ਰੂਰ ਉੱਠਦਾ ਹੈ ਵੀ ਕੀ ਸਾਡੇ ਜਿਹੜੇ ਹੁਕਮਰਾਨ ਨੇ ਉਹਨਾਂ ਨੂੰ ਜਨਤਾ ਜਿਹੜੀ ਹੈ ਉਹ ਘੰਟੇ ਜਿਹੜੇ ਕਈ ਘੰਟੇ ਜਾਮ 'ਚ ਫਸੀ ਰਹਿੰਦੀ ਹੈ, ਉਹਨਾਂ ਦਾ ਖਿਆਲ ਨਹੀਂ ਹੈ। ਤੇਲੰਗਾਨਾ ਦੇ ਵਿੱਚ 100 ਕਰੋੜ ਰੁਪਏ ਦੇ ਵਿੱਚ 4 MLA ਖਰੀਦਣ ਦੀ ਗੱਲ ਹੋਈ ਹੈ, ਤੇ ਵੀ ਚਰਚਾ ਕਰਾਂਗੇ। ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਨੇ ਸਾਡੇ ਐਕਸਪਰਟ ਰਾਕੇਸ਼ ਸ਼ਰਮਾ ਜੀ, ਨਮਸਕਾਰ ਜੀ। ਨਮਸਕਾਰ ਜੀ, ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ। ਕਿ ਜੀ ਜੇਲ੍ਹਾਂ ਦੀ ਗੱਲ ਹਮੇਸ਼ਾ ਦੇਖੋ, ਜਿਹੜੀ ਸਰਕਾਰ ਆਉਂਦੀ ਹੈ ਜੇਲ੍ਹਾਂ ਦੇ ਵਿੱਚ ਕ੍ਰਾਈਮ ਜਿਹੜਾ ਨਹੀਂ ਰੁਕ ਪਾ ਰਿਹਾ। ਅੱਜ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚੋਂ ਇੱਕ ਡਾਕਟਰ ਨੂੰ ਰੰਗੇ ਹੱਥੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਕਿਹਾ ਜਾ ਰਿਹਾ ਵੀ ਉਹਦੇ ਕੋਲ ਚਿੱਟਾ ਵੀ ਸੀ, ਉਹ ਕੈਦੀਆਂ ਨੂੰ ਅੰਦਰ ਚਿੱਟਾ ਵੰਡਦਾ ਸੀ। ਇਹ ਕੀ ਹੈ ਪੂਰਾ ਮਾਮਲਾ? ਇਹ ਅੱਜ ਹੀ ਹੁਣੇ ਖਬਰ ਆਈ ਆ। ਇਹ ਡਾਕਟਰ ਦਵਿੰਦਰ ਸਿੰਘ ਆ ਉੱਥੇ ਜੇਲ੍ਹ ਦੇ ਵਿੱਚ ਤੈਨਾਤ ਜੀ। ਕਾਫੀ ਲੰਬੇ ਅਰਸੇ ਤੋਂ ਤੈਨਾਤੀ ਉਹਨਾਂ ਦੀ ਜੀ। ਵੈਸੇ ਤੇ ਜਿਹੜੇ ਅੱਜ ਕੱਲ੍ਹ ਡਾਕਟਰ ਉੱਥੇ ਅਪੁਆਇੰਟ ਹੁੰਦੇ ਆ ਨਾ, ਉਹਨਾਂ ਨੂੰ 6 ਮਹੀਨੇ ਵਾਸਤੇ ਜਾਂ 3 ਮਹੀਨੇ ਵਾਸਤੇ ਲਾਇਆ ਜਾਂਦਾ ਵੀ ਤਾਂ ਕਿ ਇਹਨਾਂ ਦਾ ਕੋਈ ਨੈਕਸਸ ਨਾ ਬਣ ਸਕੇ ਅੰਦਰ ਜੀ, ਮੁਜਰਮ ਕੈਦੀਆਂ ਨਾਲ, ਗੈਂਗਸਟਰਾਂ ਨਾਲ ਵੀ ਨੈਕਸਸ ਨਾ ਬਣ ਸਕੇ ਜੀ, ਤੇ ਬਾਹਰ ਆ ਜਾਣ। ਪਰ ਇਹ ਕਾਫੀ ਲੰਬੇ ਸਮੇਂ ਤੋਂ ਤੈਨਾਤ ਹੀ। ਆਮ ਡਾਕਟਰ ਤੇ ਸਿਫਾਰਿਸ਼ ਕਰਵਾਉਂਦਾ ਵੀ ਡਿਊਟੀ ਘਟਾ ਲਈਏ, ਇੱਕ ਸਿਫਾਰਿਸ਼ ਕਰਾਉਂਦੇ ਮੇਰੀ ਲੱਗੀ ਰਹਿਣ ਦਿਓ। ਅੱਜ ਉਹਨੇ 2 ਕੈਦੀਆਂ ਨੂੰ ਸ਼ਰੇਆਮ ਨਸ਼ਾ ਵੇਚਦਾ 2 ਪੈਕਟ ਦਿੰਦਾ ਫੜਿਆ ਗਿਆ ਜੀ। 194 ਗ੍ਰਾਮ ਹੈਰੋਇਨ ਹੀ ਚਿੱਟਾ ਹੈਗਾ ਇਹ ਜੀ, ਜਿਹੜਾ ਫੜਿਆ ਗਿਆ ਇਹਦੇ ਕੋਲੋਂ। ਹੁਣ ਇਹਦੇ ਖਿਲਾਫ FIR ਦਰਜ ਹੋ ਗਈ ਆ
ਤੇ ਮਾਮਲਾ ਜਿਹੜਾ ਪ੍ਰਸ਼ਾਸਨ ਨੇ ਜੇਲ੍ਹ ਮੰਤਰੀ ਨੇ STF ਨੂੰ ਦੇ ਦਿੱਤਾ ਵੀ STF ਇਹਦੀ ਜਾਂਚ ਕਰੂਗੀ। ਪਟਾਰੀ ਸਾਹਿਬ ਯਾਦ ਹੋ ਆਪਾਂ ਆਪਣਾ ਸਾਰੇ ਪਿਛਲੇ ਪ੍ਰੋਗਰਾਮਾਂ 'ਚ ਕੱਲ ਵੀ ਬੋਲੇ ਆ ਅਸੀਂ ਕਿ ਜੇਲ੍ਹ 'ਚ ਜਿਹੜੇ ਮੋਬਾਈਲ ਜਾਂ ਚਿੱਟਾ ਵਿਕਦਾ ਜਾਂ ਬੀੜੀਆਂ ਵਿਕਦੀਆਂ ਉਹ ਜਿਹੜਾ ਚੀਜ਼ ਆ ਜੇਲ੍ਹ ਦੇ ਅਧਿਕਾਰੀਆਂ ਦੀ ਮਿਲੀ ਅਧਿਕਾਰੀਆਂ ਜਾਂ ਕਰਮਚਾਰੀਆਂ ਦੀ ਜਿੱਦਾਂ ਹੁਣ ਡਾਕਟਰ ਫੜੇ ਗਏ ਆ ਮਿਲੀ ਭੁਗਤ ਤੋਂ ਬਿਨਾ ਸੰਭਵ ਨਹੀਂ ਹੈਗਾ। ਇਹ ਹੋ ਹੀ ਨਹੀਂ ਸਕਦਾ। ਆਪਣੇ ਆਪ ਕਿੱਦਾਂ ਲੈ ਜੂ ਆਗੇ ਬਾਹਰ ਕੋਈ? ਬਿਲਕੁਲ ਠੀਕ ਹੈ ਵੀ ਰਸਤਾ ਤਾਂ ਇੱਕੋ ਹੀ ਹੈ ਜੇਲ੍ਹ 'ਚ ਜਾਣ ਦਾ, ਤੇ ਉਹ ਪੂਰੀ ਚੈਕਿੰਗ ਕੜੀ ਨਿਗਰਾਨੀ 'ਚੋਂ ਗੁਜ਼ਰਦਾ ਜਿਹੜਾ ਬੰਦਾ ਕੋਈ ਓਪਰਾ ਜਾਂਦਾ। ਇਹਨਾਂ ਦੀ ਤੇ ਚੈਕਿੰਗ ਚੁਕਿੰਗ ਪਤਾ ਨਹੀਂ। ਪਟਾਰੀ ਸਾਹਿਬ SP ਸਾਹਿਬ ਵੀ BSF ਦੇ ਆ, ਬਾਹਰ ਹੀ BSF ਚੈਕਿੰਗ ਤੇ ਲਾਈ ਆ। ਤੁਹਾਨੂੰ ਪਤਾ ਪਿੱਛੇ ਮੋਬਾਈਲ ਫੜਿਆ ਗਏ ਸੀ ਤੇ ਜੇਲ੍ਹ ਮੰਤਰੀ ਸਰਦਾਰ ਜੋਰ ਸਿੰਘ ਬੈਂਸ ਕਹਿੰਦੇ ਵੀ ਇਹ ਕੰਨ ਤੋਂ ਸੁੱਟ ਦਿੰਦੇ ਆ। ਆਪਾਂ ਕੱਲ ਵੀ ਕਿਹਾ ਸੀ ਫਿਰ ਕੈਮਰੇ ਲਾਓ, ਸਿਕਿਉਰਿਟੀ ਲਾਓ ਜੇਲ੍ਹ ਦੇ ਆਲੇ ਦੁਆਲੇ। ਜੇਲ੍ਹ ਆਂਦੇ ਵੀ ਨਿਰਮਾਣ ਸਮੱਗਰੀ ਜਿਹੜੀ ਜੇਲ੍ਹ ਦੇ ਵਿੱਚ ਆ ਨਾ ਬਹੁਤ ਮਾੜੀ ਵਰਤੀ ਗਈ ਆ। ਉਹ ਆਂਦੇ ਕਿ ਸੋਨੂੰ ਮਾਰੋ ਰੇਟ ਨਿਕਲ ਜਾਂਦੀ ਆ, ਏਡੀ ਮਾੜੀ ਆ ਜੋ ਸੁਣਨ ਚ ਆਇਆ ਸੂਤਰ ਦੱਸਦੇ ਆ। ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਹਦੀ ਵੀ ਜਾਂਚ ਹੋਣੀ ਚਾਹੀਦੀ ਵੀ ਜੇਲ੍ਹ ਬਣਾਈ ਇਹਦਾ ਮਟੀਰੀਅਲ ਚੈੱਕ ਕਰਾਉਣਾ ਚਾਹੀਦਾ। ਹੁਣ ਤੇ ਤੁਹਾਨੂੰ ਪਤਾ ਪਿੱਛੇ ਗੋਇੰਦਵਾਲ ਸਾਹਿਬ 'ਚ ਇੱਕ ਡਿਪਟੀ ਸੁਪਰਡੈਂਟ ਜੇਲ੍ਹ ਫੜਿਆ ਗਿਆ ਜੀ। ਉਹ ਵੀ ਦੀਪਕ ਟੀਨੂ ਨੂੰ ਵੀ ਉਹਨੇ ਮੋਬਾਈਲ ਪ੍ਰੋਵਾਈਡ ਕਰਾਇਆ ਸੀ। ਹੋਰ ਵੀ ਅੰਦਰ ਸਮਾਨ ਗਲਤ ਮਤ ਜਾਣ ਦਿੰਦਾ ਸੀ। ਇੱਦਾਂ ਹੀ ਫਿਰੋਜ਼ਪੁਰ 'ਚ ਇੱਕ ਡਾਕਟਰ ਨਸ਼ਾ ਵੇਚਦਾ ਫੜਿਆ ਗਿਆ ਸੀ। ਅੰਮ੍ਰਿਤਸਰ ਜੇਲ੍ਹ 'ਚ 2 ਵਾਰਡਨ ਫੜੇ ਗਏ ਮਾਲਸਾ ਜੀ। ਸਾਡੀ ਗੱਲ ਇਹ ਪੁਖਤਾ ਹੋ ਜਾਂਦੀ D4 ਨਿਊਜ਼ ਜੀ ਚੈਨਲ ਦੀ ਵੀ ਇਹ ਜੇਲ੍ਹ ਅਧਿਕਾਰੀਆਂ ਦੀ ਸ਼ਮੂਲੀਅਤ ਤੋਂ ਬਿਨਾ ਇਹ ਕੰਮ ਨਹੀਂ ਹੋ ਸਕਦਾ। ਤਾਂ ਵੇਖ ਲਓ ਅੱਜ ਸਿੱਟਾ ਸਾਹਮਣੇ ਆ ਗਿਆ। ਡਾਕਟਰ ਦਵਿੰਦਰ ਸਿੰਘ ਜੀ ਫੜੇ ਗਏ ਆ 194 ਗ੍ਰਾਮ ਚਟੇ ਦੇ ਨਾਲ ਤੇ ਮਾਮਲਾ ਨੂੰ STF ਕੋਲੋਂ ਜਾਂਚ ਕਿਹਦੀ ਉਹ ਨਾਲ ਉਹਦੇ ਨਾਲ ਸ਼ਮੂਲੀਅਤ ਹੈਗੀ ਇਹਦੇ ਨਾਲ। ਰਕੇਸ਼ ਜੀ ਜਾਂਚ ਦਾ ਤੇ ਇਹ ਵੀ ਦੇਖੋ ਇਹ ਬੜਾ ਵੱਡਾ ਹੈ ਵੀ 200 ਗ੍ਰਾਮ ਦੇ ਕਰੀਬ ਹੈਰੋਇਨ ਫੜੀ ਜਾਂਦੀ ਹੈ। 194 ਗ੍ਰਾਮ ਉਹ ਚਿੱਟਾ ਲੈ ਕੇ ਕਿੱਥੋਂ ਆਉਂਦੇ ਸੀ? ਉਹ ਕਿੰਨਾ ਪੈਸਾ ਲੈਂਦੇ ਸੀ ਇਹਦੇ ਬਦਲੇ? ਕਿਆ ਕੁਝ ਗ੍ਰਾਮਾਂ 'ਚ ਹੀ ਨਸ਼ੇ ਤੇ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ? ਇਹਨਾਂ ਦੀ ਤੇ ਪੂਰੀ ਜਿੰਨੀ ਜਾਇਦਾਦ ਆ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਹਨਾਂ ਦੇ ਨਾਲ ਕਿਹੜੇ ਉੱਥੇ ਪੁਲਿਸ ਦੇ ਜਿਹੜੇ ਲੋਕ ਮਿਲੇ ਹੋਏ ਆ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ਬਿਲਕੁਲ ਜੇਲ੍ਹ ਵਾਰਡਨ ਕੋਈ ਨਾ ਕੋਈ ਅਧਿਕਾਰੀ ਮਿਲਿਆ ਜਿਹੜੇ ਇਹਨੂੰ ਅੰਦਰ ਭੇਜਦੇ ਆ, ਤਲਾਸ਼ੀ ਲੈ ਕੇ ਭੇਜਦੇ ਡਾਕਟਰ ਨੂੰ ਵੀ ਮੋਬਾਈਲ ਅਲਾਉਡ ਨਹੀਂ ਹੈਗਾ ਜੇਲ੍ਹ ਦੇ ਅੰਦਰ, ਡਿਊਟੀ 'ਚ ਰੱਖ ਕੇ ਜਾਂਦੇ ਆ ਜੀ। ਫਿਰ ਇਹਨਾਂ ਨੂੰ ਕੌਣ ਦਿੰਦਾ ਸਮਾਨ ਹੈ ਵਾਲਾ? ਇਹਦੀ ਸਾਰੀ ਜਾਂਚ ਭੰਡਾਰੀ ਸਾਹਿਬ ਹੋਣੀ ਹੀ ਚਾਹੀਦੀ ਆ ਵੀ ਇਹ ਨੈਕਸਸ ਕੌਣ ਸ਼ਾਮਲ ਆ। ਬੜੀ ਪੁਰਾਣੀ ਗੱਲ ਆ। ਇੱਕ SP ਹੁੰਦੇ ਇੱਥੇ ਸ਼ਰਮਾ ਜੇਲ੍ਹ 'ਚ, ਉਹਨਾਂ ਨੇ ਇੱਕ ਡਾਕਟਰ ਫੜੇ ਗਏ ਬੀੜੀਆਂ ਵੇਚਦਾ ਹੈ। ਅੱਛਾ। ਪਰ ਉਹਨੂੰ ਚਲੋ ਬੈਠਕਾ ਬੂਠਕਾ ਕਢਾ ਕੇ ਤੇ ਮਾਫੀ ਦੇ ਦਿੱਤੀ। ਇੱਦਾਂ ਇੱਕ ਡਾਕਟਰ ਸਿਮ ਵੇਚਦਾ ਫੜਿਆ ਗਿਆ ਇੱਥੇ। ਅੱਛਾ ਸਿਮ ਵੇਚਦਾ ਹੈ? ਸਿਮ ਵੇਚਦਾ। ਉਹਦੇ ਅੰਡਰ ਵੀ ਇਹ ਚੋਂ ਸਿਮ ਤੇ ਕੱਢੇ ਸੀ ਪਾਕਿਸਤਾਨੀ। ਚਾਹੀਦੇ ਹੀ ਉਦੋਂ ਵੀ ਕੇਸ ਰਜਿਸਟਰ ਕਰਾਣੇ। ਮਤਲਬ ਗੱਲ ਹੈ ਕਿ ਫਿਰ ਅਪਰਾਧ ਤੇ ਲਗਾਮ ਕਿਵੇਂ ਲੱਗੇਗੀ? ਅਪਰਾਧ ਜੇਲ੍ਹ ਤੇ ਦੇਖੋ ਇਸ ਕਰਕੇ ਭੇਜਿਆ ਜਾਂਦਾ ਨਾ ਜੀ, ਕਿਸੇ ਨੂੰ ਕੋਈ ਵੀ ਬੰਦਾ ਕ੍ਰਾਈਮ ਕਰਦਾ ਹੈ ਵੀ ਉਹਨੂੰ ਸਜ਼ਾ ਦੇ ਵਾਸਤੇ ਜੇਲ੍ਹ 'ਚ ਭੇਜਿਆ ਜਾਂਦਾ ਹੈ ਤੇ ਜੇਲ੍ਹਾਂ ਦੇ ਵਿੱਚ ਤੇ ਸਾਰੀਆਂ ਸੁਵਿਧਾਵਾਂ ਮਿਲਦੀਆਂ ਤੇ ਸੇਫੈਸਟ ਪਲੇਸ ਮੰਨੀ ਜਾਂਦੀ ਹੈ ਹੁਣ ਜੇਲ੍ਹ। ਵੀ ਕਿਸੇ ਵੀ ਅਪਰਾਧੀ ਨੇ ਕੋਈ ਅਪਰਾਧ ਕੀਤਾ ਤਾਂ ਕਹਿੰਦਾ ਅਪਰਾਧ ਕਰਕੇ ਉੱਥੇ ਚਲੇ ਜਾਓ ਤੇ ਮौज ਕਰੋ। ਭੰਡਾਰੀ ਸਾਹਿਬ ਕਹਿੰਦੇ ਆ ਵੀ ਜਿਹੜਾ ਬੰਦਾ ਇੱਕ ਵਾਰੀ ਜੇਲ੍ਹ ਚਲ ਜਾਂਦਾ ਨਾ ਉਹ ਹੋਰ ਨਵੇਂ ਗੁਰ ਸਿੱਖ ਕੇ ਆਉਂਦਾ ਵੀ ਅੱਗੋਂ ਕ੍ਰਾਈਮ ਕਰਨਾ ਕਿੱਦਾਂ। ਉਹਦਾ ਨੈਕਸਸ ਬਣ ਜਾਂਦਾ ਗੈਂਗਸਟਰਾਂ ਦੇ ਨਾਲ। ਜ਼ਿਆਦਾ ਤੋਂ ਜ਼ਿਆਦਾ ਉਹ ਕ੍ਰਾਈਮ ਕਰਦਾ, ਨਵੇਂ ਗੁਰ ਸਿੱਖ ਕੇ ਆਉਂਦਾ, ਸੁਧਰਦਾ ਨਹੀਂ ਉੱਥੇ ਕੋਈ। ਕਿਉਂਕਿ ਬਦਮਾਸ਼ ਬਣ ਜਾਂਦਾ ਹੈ। ਉਹਨੂੰ ਲਾ ਪਤਾ ਲੱਗ ਗਿਆ। ਦੇਖੋ ਕਈ ਸਾਰੇ ਸਭ ਤੋਂ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਲਾਈਮਲਾਈਟ 'ਚ ਜ਼ਿਆਦਾ ਆ ਗਿਆ ਵੀ ਜੇਲ੍ਹਾਂ ਦੇ ਵਿੱਚ ਕਿਸ ਤਰ੍ਹਾਂ ਕ੍ਰਾਈਮ ਹੋ ਰਿਹਾ, ਜੇਲ੍ਹ ਦੇ ਵਿੱਚ ਬੈਠ ਕੇ ਕਿੱਦਾਂ ਹੀ ਜਿਹੜੇ ਆ ਫਰੌਤੀਆਂ ਮੰਗੀਆਂ ਜਾਂਦੀਆਂ, ਕਿਸ ਤਰ੍ਹਾਂ ਉਹਨਾਂ ਨੂੰ ਪਲਾਨਿੰਗ ਕੀਤੀ ਜਾਂਦੀ ਹੈ। ਪਿੱਛੇ ਤੁਹਾਨੂੰ ਯਾਦ ਹੋਣਾ STF ਨੇ ਇੱਥੇ AIG ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ। 2 ਉਹਨਾਂ ਨੇ ਬੰਦੇ ਫੜੇ, ਅੰਦਰੋਂ ਹੀ ਉਹਨਾਂ ਨੂੰ ਡਾਇਰੈਕਸ਼ਨ ਆਉਂਦੀ ਸੀ ਵੀ ਕਿੱਥੋਂ ਹੈਰੋਇਨ ਲੈਣੀ ਹੈ ਤੇ ਕਿੱਥੇ ਡਿਲੀਵਰੀ ਕਰਨੀ ਹੈ। ਮਤਲਬ ਇਹ ਸਾਰਾ ਜਿਹੜਾ ਨੈਟਵਰਕ ਆ ਇਹ ਸਰਕਾਰਾਂ ਸਾਡੀ ਤੇ ਸਮਝ ਤੋਂ ਬਾਹਰ ਹੈ ਕਿਉਂਕਿ ਅਸੀਂ ਤੇ ਕਈ ਵਾਰੀ ਕਹਿ ਚੁੱਕੇ ਹਾਂ ਪਰ ਫੈਸਲਾ ਤੇ ਸਰਕਾਰ ਨੇ ਲੈਣਾ ਹੈ। ਭੰਡਾਰੀ ਸਾਹਿਬ ਗੱਲ ਇੱਦਾਂ ਵੀ ਹੁਣ ਪੁਲਿਸ ਨੇ ਸਖਤੀ ਛੱਡਤੀ ਆ। ਕੋਈ ਹਿਊਮਨ ਰਾਈਟਸ ਵਾਲੇ ਅੱਗੇ ਖਲੋ ਜਾਂਦੇ ਆ, ਕੋਰਟਾਂ ਉਹਨਾਂ ਨੂੰ ਤੰਗ ਕਰਦੀਆਂ ਵੀ ਚਪੇੜ ਕੋ ਮਾਰੀ। ਅੱਗੇ ਇਹਨਾਂ ਨੂੰ ਕੋਈ ਡਰ ਹੁੰਦਾ ਸੀ ਤੇ ਪੁਲਿਸ ਸਾਨੂੰ ਕੋਈ ਕੁੱਟੂ ਮਾਰੂਗੀ ਤੇ ਕ੍ਰਾਈਮ ਘਟਦਾ ਹੈ ਜੀ। ਹੁਣ ਕ੍ਰਾਈਮ ਵਧਣ ਦਾ ਕਾਰਨ ਹੈ ਵੀ ਪੁਲਿਸ ਦੇ ਕਿਸੇ ਨੂੰ ਚਪੇੜ ਨਹੀਂ ਮਾਰ ਸਕਦੀ ਤੇ ਕ੍ਰਿਮੀਨਲ ਏਡੇ ਵੱਡੇ ਹੋ ਗਏ ਆ ਇਹ ਦੋਦਾਂ ਦੱਸਦੇ ਕੁਛ ਨਹੀਂ। ਇਹ ਡਰਦੇ ਨਾਲ ਗੱਲ ਵੀ ਕੀਤੀ। ਹੁਣ ਜਿਹੜੇ ਲੋਕਾਂ ਦੇ ਹਿਊਮਨ ਰਾਈਟਸ ਕੋਈ ਨਹੀਂ, ਇਹ ਜਿਹਨੂੰ ਮਰਜ਼ੀ ਗੋਲੀ ਮਾਰ ਦੇਣ, ਜਿਹਨੂੰ ਮਰਜ਼ੀ ਜਿਹਦੇ ਕੋਲ ਮਰਜ਼ੀ ਫਰੋਤੀ ਮੰਗ ਲੈਣ। ਤੇ ਹਿਊਮਨ ਰਾਈਟ ਵਾਲਿਆਂ ਨੂੰ ਚਾਹੀਦਾ ਵੀ ਇਹ ਕ੍ਰਾਈਮ ਵਾਲਿਆਂ ਵਾਸਤੇ ਇੰਨੀ ਹਮਦਰਦੀ ਨਾ ਰੱਖੋ। ਜਿੱਦਾਂ ਹੁਣ ਕੁੱਤਾ ਕਿਸੇ ਨੂੰ ਵੱਢਦਾ, ਕੁੱਤੇ ਨੂੰ ਮਾਰ ਨਹੀਂ ਸਕਦੇ। ਕੁੱਤਾ ਭਾਵੇਂ ਤੁਹਾਡਾ ਬੱਚੇ ਦੀ ਬਾਂਹ ਲੱਗ ਲੈ ਜੇ, ਉਹੀ ਹਾਲ ਹੈ ਇਹਨਾਂ ਦਾ ਹੈਗਾ ਵੀ ਹੁਣ ਜਿੰਨ ਚਿਰ ਗੈਂਗਸਟਰਾਂ ਨੂੰ ਡਰ ਨਹੀਂ ਪੁਲਿਸ ਦਾ ਹੋਊਗਾ, ਖੌਫ ਨਹੀਂ ਹੋਊਗਾ, ਉਨ ਚਿਰ ਇਹ ਕੰਮ ਨਹੀਂ ਮੁੱਕਣਾ। ਤੇ ਇਹਨਾਂ ਨੂੰ ਫੜ ਕੇ ਬੱਚਾ ਦਿੰਦੇ ਉਹ ਤਾਂ ਅੱਗੇ ਹੀ ਅੰਦਰ ਹੁੰਦੇ ਆ। ਉਹਨਾਂ ਨੂੰ ਕੀ ਫਰਕ ਪੈਂਦਾ? ਉਹ ਆਂਦੇ ਸੀ ਤਾਂ ਅੱਗੇ ਹੀ ਅੰਦਰ ਆ, ਚੱਲ ਕੋਈ ਗੱਲ ਨਹੀਂ 15 ਦਿਨ ਹੋਰ ਸਿੰਘ ਤੇ ਉਹ ਆਪਣਾ ਕੰਮ ਚਲਾਉਂਦੇ ਆ। ਜੇਲ੍ਹਾਂ 'ਚ ਹੀ ਬੈਠੇ ਬੰਦੇ ਕਰੋੜਾਂ ਰੁਪਏ ਕਮਾ ਰਹੇ, ਫਰੋਤੀਆਂ ਲੈ ਰਹੇ ਆ। ਚਲੋ ਇਹ ਬੜੀ ਦੇਖੋ ਵੱਡੀ
ਸਰਕਾਰ ਦੀ ਅਸੀਂ ਇਹਨੂੰ ਉਪਲਬਧੀ ਵੀ ਆਖਾਂਗੇ ਕਿ ਬੰਦਾ ਫੜਿਆ ਗਿਆ ਹੈ। ਇਸ ਜਿਹੜੀ ਹਰਜੋਤ ਬੈਂਸ ਨੇ, ਜੇਲ੍ਹ ਮੰਤਰੀ ਨੇ, ਉਹਨਾਂ ਨੇ ਆਪਣੇ ਟਵਿੱਟਰ ਤੇ ਟਵੀਟ ਕਰਕੇ ਵੀ ਇਹ ਜਾਣਕਾਰੀ ਸ਼ੇਅਰ ਕੀਤੀ ਹੈ ਵੀ 194 ਗ੍ਰਾਮ ਚਿੱਟਾ ਲੈ ਕੇ ਇੱਕ ਡਾਕਟਰ ਜਿਹੜਾ ਬਣ ਲੱਗਿਆ। ਦੇਖੋ ਸਮਾਜ ਦਾ ਇੱਕ ਅੰਗ ਕਿਹਾ ਜਾਂਦਾ ਡਾਕਟਰ ਨੂੰ, ਤੇ ਉਹ ਕਿਹੜੇ ਕੰਮਾਂ 'ਚ ਪਿਆ, ਪੈਸੇ ਦੇ ਵਾਸਤੇ ਉਹਨੇ ਆਪਣਾ ਜ਼ਮੀਰ ਸਭ ਕੁਝ ਵੇਚ ਦਿੱਤਾ। ਅਗਲੀ ਗੱਲ ਕਰਾਂ ਸ਼ਮਨ, ਦੇਖੋ ਕੱਲ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੰਯੋਜਕ ਤੇ ਦਿੱਲੀ ਦੇ ਸੀਐਮ, ਉਹਨਾਂ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਸੀ। ਕਹਿਤਾ ਜੀ ਵੀ ਲక్ష్ਮੀ ਮਾਂ ਦੀ ਤਸਵੀਰ ਤੇ ਗਣੇਸ਼ ਜੀ ਦੀ ਤਸਵੀਰ ਲੱਗੀ ਹੋਣੀ ਚਾਹੀਦੀ। ਤੁਹਾਨੂੰ ਯਾਦ ਹੋਏਗਾ ਇਹ ਸਭ ਤੋਂ ਪਹਿਲੇ ਮਾਮਲਾ ਉੱਠਿਆ ਸੀਗਾ, ਸੁਬਰਾਮਨਿਅਮ ਸਵਾਮੀ ਕੋਲੋਂ ਇੱਕ ਸਵਾਲ ਪੁੱਛਿਆ ਗਿਆ ਸੀ। ਉਦੋਂ ਉਹਨਾਂ ਨੇ ਕਿਹਾ ਸੀ ਵੀ ਇੰਡੋਨੇਸ਼ੀਆ ਦੇ ਕਰੰਸੀ ਦੇ ਉੱਪਰ ਕਿਉਂ ਲੱਗੀ ਹੈ ਗਣੇਸ਼ ਜੀ ਦੀ ਤਸਵੀਰ, ਤੇ ਉਹਨਾਂ ਨੇ ਕਿਹਾ ਵੀ ਇਹਦਾ ਜਵਾਬ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਦੇ ਸਕਦੇ ਨੇ। ਪਰ ਇਹਨਾਂ ਨੇ ਤੇ ਨਵੇਂ ਪਾਸੇ ਸ਼ੁਰੂ ਕਰਤਾ। ਹਾਲਾਂਕਿ ਅੰਦੋਲਨ ਚੋਂ ਨਿਕਲੀ ਪਾਰਟੀ ਅਰਵਿੰਦ ਕੇਜਰੀਵਾਲ ਦੀ, ਅੰਨਾ ਹਜ਼ਾਰੇ ਦਾ ਅੰਦੋਲਨ, ਵੀ ਇਹ ਕਿਹਾ ਵੀ ਸੀ ਬਦਲਾਵ, ਸੜੀ ਗਲੀ ਰਾਜਨੀਤੀ, ਸੜੇ ਗਲੇ ਸਿਸਟਮ ਨੂੰ ਠੀਕ ਕਰਨ ਵਾਸਤੇ ਹੀ ਰਾਜਨੀਤੀ ਆਏ, ਤੇ ਪਰ ਇਹ ਆਪ ਸੜੇ ਗਲੇ ਸਿਸਟਮ ਦਾ ਹਿੱਸਾ ਬਣ ਗਏ। ਬਿਲਕੁਲ ਅਰਵਿੰਦ ਕੇਜਰੀਵਾਲ ਦੇ ਅੰਦੋਲਨ ਚੋਂ ਨਿਕਲੇ ਸੀ। ਇਹਨਾਂ ਮਰਨ ਵਰਤ ਵੀ ਰੱਖਿਆ ਸੀ ਇੰਡੀਆ ਅਗੇਂਸਟ ਕਰਪਸ਼ਨ ਮੂਵਮੈਂਟ ਚਲਾ ਕੇ। ਹਾਂਜੀ ਇਹਨਾਂ ਉਦੋਂ ਕਹੇ ਵੀ ਦੋ ਚੀਜ਼ਾਂ ਹੀ ਬੜੀਆਂ ਕਰਾਂਗੇ, ਇੱਕ ਤੇ ਤਾਕਤਵਰ ਲੋਕਪਾਲ ਲਿਆਵਾਂਗੇ, ਜਿਹੜੇ ਕੋਈ ਭ੍ਰਿਸ਼ਟਾਚਾਰੀ ਅਫਸਰ ਹੈਗੇ ਆ ਤਾਂ ਕਿ ਉਹਨਾਂ ਤੇ ਲਗਾਮ ਪੈ ਸਕੇ, ਉਹਨਾਂ ਨੂੰ ਸਜ਼ਾ ਮਿਲ ਸਕੇ। ਪਰ ਇਹ ਲੋਕਪਾਲ ਦਾ ਮੁੱਦਾ ਭੁੱਲ ਹੀ ਗਏ ਆ। ਲੋਕਪਾਲ ਤੇ ਆਇਆ ਵੀ ਨਹੀਂ। ਲੋਕਪਾਲ ਇਹਨਾਂ ਲਿਆਂਦਾ ਹੀ ਕਿਤੇ ਨਹੀਂ, ਨਾ ਦਿੱਲੀ ਆ, ਦਿੱਲੀ ਨੇ ਗੱਲ ਕਰਦੇ ਨਾ ਹੁਣ ਇੱਥੇ ਗੱਲ ਕਰਦੇ ਲੋਕਪਾਲ ਦੀ। ਇੱਕ ਇਹਨਾਂ ਨੇ ਆਪਣੀ ਕਿਤਾਬ ਵੀ ਲਿਖੀ ਸਵਰਾਜ, ਉੱਥੇ ਦੱਸਿਆ ਵੀ ਅਸੀਂ ਕਿੱਦਾਂ ਰਾਜਨੀਤੀ ਕਰਾਂਗੇ। ਅੰਨਾ ਹਜ਼ਾਰੇ ਨੇ ਉਹ ਤੋਂ ਪ੍ਰਭਾਵਿਤ ਹੋ ਗਏ ਇਹਨਾਂ ਨੂੰ ਆਪਣੇ ਅੰਦੋਲਨ ਚ ਲਿਆ। ਉੱਥੇ ਵੇਖੋ ਵੀ ਇਹਨਾਂ ਦੀ ਕਿਤਾਬ ਕਿਸੇ ਆਪ ਵਰਕਰ ਦੇ ਹੱਥ 'ਚ ਹੀ ਨਹੀਂ ਹੁੰਦੀ। ਹੁਣ ਇੱਕ ਪੜ੍ਹਿਆ ਲਿਖਿਆ ਬੰਦਾ ਇਹ ਕਿੱਦਾਂ ਦੀ ਗੱਲ ਕਰਨ ਡਿਆ, ਆਰੋਪ ਤੇ ਬੀਜੇਪੀ ਤੇ ਲੱਗਦੇ ਆ ਵੀ ਇਹ ਧਰਮ ਦੀ ਰਾਜਨੀਤੀ ਕਰਦੇ ਆ, ਵੀ ਇਹਨਾਂ ਰਾਮ ਮੰਦਿਰ ਬਣਾਇਆ ਵੋਟਾਂ ਲੈਣ ਵਾਸਤੇ, ਲੋਕਾਂ ਦੀ ਆਸਥਾ ਨਾਲ ਖਿਲਵਾੜ ਕਰਦੇ ਆ, ਧਾਰਮਿਕ ਭਾਵਨਾ ਭੜਕਾ ਕੇ ਵੋਟਾਂ ਲੈ ਲੈਂਦੇ ਆ। ਹੁਣ ਇਸੇ ਰਸਤੇ ਤੇ ਆ ਕੇਜਰੀਵਾਲ ਹੀ ਚੱਲ ਰਹੇ ਆ। ਜਦੋਂ ਇਹਨਾਂ ਨੇ ਉੱਥੇ ਅੰਦੋਲਨ 'ਚ ਆਇਆ ਇੰਡੀਆ ਅਗੇਂਸਟ ਕਰਪਸ਼ਨ, ਨੇ ਆਂਦੇ ਸੀ ਮੈਂ ਮਹਾਤਮਾ ਗਾਂਧੀ ਤੋਂ ਪ੍ਰਭਾਵਿਤ ਹਾਂ ਬਹੁਤ ਜ਼ਿਆਦਾ। ਜਦੋਂ ਪੰਜਾਬ 'ਚ ਆ ਗਏ ਆਂਦੇ ਮੈਂ ਅੰਬੇਦਕਰ ਸਾਹਿਬ ਕੋਲ ਤੇ ਸ਼ਹੀਦ ਆਜ਼ਮ ਭਗਤ ਸਿੰਘ ਤੋਂ ਬੜਾ ਪ੍ਰਭਾਵਿਤ ਹਾਂ। ਹੁਣ ਤੁਸੀਂ ਵੇਖੋ ਵੀ ਜਿੱਥੇ ਜਾਂਦੇ ਆ ਉੱਥੇ ਨਵੇਂ ਤੋਂ ਨਵਾਂ ਪਲਟੀ ਮਾਰ ਲੈਂਦੇ ਆ। ਹੁਣ ਗੁਜਰਾਤ ਦੀ ਇਲੈਕਸ਼ਨ ਆ ਗਈ ਆ ਤੇ ਇਹਨਾਂ ਨੇ ਤੇ ਹਿਮਾਚਲ ਦੀ ਆ, ਇਹਨਾਂ ਨੇ ਲక్ష్ਮੀ ਗਣੇਸ਼ ਦੀ ਗੱਲ ਕਰਤੀ ਆ। ਇੱਕ ਬੰਦਾ IIT ਖੜਗਪੁਰ ਦਾ ਪੜ੍ਹਿਆ ਹੋਵੇ, IRS ਹੋਵੇ, ਉਹਨੂੰ ਪਤਾ ਵੀ ਇਨਕਮ ਟੈਕਸ ਅਫਸਰ ਰਿਹਾ ਹੋਵੇ ਤੇ ਦੇਸ਼ ਦੀ ਅਰਥ ਵਿਵਸਥਾ ਕਿੱਦਾਂ ਤਾਂ ਚੁੱਕਣੀ ਆ, ਕੀ ਮੂਰਤੀਆਂ ਲਾ ਕੇ ਅਰਥ ਵਿਵਸਥਾ ਚੁੱਕੀ ਸਕਦੀ ਭੰਡਾਰੀ ਸਾਹਿਬ। ਵੈਸੇ ਇਸ ਚੀਜ਼ ਨੇ ਇੱਕ ਵਿਵਾਦ ਛੇੜ ਦਿੱਤਾ ਹੈ। ਹੁਣ ਮਨੀਸ਼ ਤਿਵਾੜੀ ਨੇ, ਕਾਂਗਰਸ ਦੇ ਲੀਡਰ ਨੇ, ਉਹਨਾਂ ਨੇ ਕਿਹਾ ਵੀ ਬਾਬਾ ਸਾਹਿਬ ਅੰਬੇਦਕਰ ਦੀ, ਉਹਨਾਂ ਦੀ ਗੱਲ ਦਾ ਸਮਰਥਨ ਆਪਣੇ ਜਿਹੜੇ ਬੀਜੇਪੀ 'ਚ ਗਏ ਨੇ ਕਾਂਗਰਸ 'ਚੋਂ ਡਾਕਟਰ ਰਾਜਕੁਮਾਰ ਵੇਰਕਾ, ਉਹਨਾਂ ਨੇ ਵੀ ਕੀਤਾ ਹੈ। ਤੇ ਇੱਕ ਹੋਰ ਨਵਾਂ ਵੀ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਵੀ ਤਸਵੀਰ ਲੱਗਣੀ ਚਾਹੀਦੀ ਹੈ। ਮਤਲਬ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਪਹਿਲੇ ਵਿਵਾਦ ਘੱਟ ਨੇ ਇੰਡੀਆ 'ਚ। ਬਿਲਕੁਲ ਭੰਡਾਰੀ ਸਾਹਿਬ, ਹਰ ਧਰਮ ਕਹੂਗਾ ਵੀ ਸਾਡੀ ਫੋਟੋ ਲਾਓ, ਕੋਈ ਮਹਾਤਮਾ ਬੁੱਧ ਦੀ ਕਹੂਗਾ ਲਾਓ, ਕੋਈ ਯਿਸੂ ਮਸੀਹ ਦੀ ਕਹੂਗਾ ਲਾਓ, ਕੋਈ ਕਹੂਗਾ ਗੁਰਦੁਆਰਾ ਲਾਓ, ਕੋਈ ਸਾਡੇ ਗੁਰੂਆਂ ਦੀ ਲਾਓ। ਇਹਨਾਂ ਨਵਾਂ ਹੀ ਵਿਵਾਦ ਪੈਦਾ ਕਰਤਾ। ਇਹਨਾਂ ਦੀ ਇੱਕ ਹੈਗੇ ਆ ਆਰਸ਼ੀ ਜੀ, ਮੈਡਮ ਆਰਸ਼ੀ, ਉਹ ਆਂਦੇ ਵੀ ਹਿੰਦੂਆਂ ਦੇ 1.25 ਕਰੋੜ ਹਿੰਦੂਆਂ ਦੀ ਆਸਥਾ ਦਾ ਸਵਾਲ ਹੈ, ਦੇਸ਼ ਵਾਸੀਆਂ ਦੀ ਆਸਥਾ ਦਾ ਸਵਾਲ ਆ। ਉਹ ਤਿਹੀ ਹੋਣਾ ਤੁਹਾਨੂੰ ਆਸਥਾ ਕਿੱਥੇ ਯਾਦ ਆ ਗਈ? ਦਿੱਲੀ 'ਚ ਤਿਹੀ ਮਦਰਸਿਆਂ 'ਚ ਪੜ੍ਹਾਉਣ ਵਾਲੇ ਮੁੱਲਿਆਂ ਨੂੰ ਪੈਸੇ ਦਿੰਦੇ ਜੇ, ਆਨਰੇਰੀਅਮ ਦਿੰਦੇ ਆ। ਕਦੀ ਕੋਈ ਪੰਡਤਾਂ ਨੂੰ ਦਿੱਤਾ, ਕਦੀ ਕਿਸੇ ਗ੍ਰੰਥੀ ਨੂੰ ਦਿੱਤਾ, ਕਿਸੇ ਨੂੰ ਦਿੰਦੇ। ਮਤਲਬ ਤੁਹਾਨੂੰ ਇਹ ਆਸਥਾ ਕਿੱਥੋਂ ਗੁਜਰਾਤ ਇਲੈਕਸ਼ਨ ਕਰਕੇ ਯਾਦ ਆ ਗਈ? ਵੋਟ ਲੈਣ ਵਾਸਤੇ ਇਹ ਕੋਈ ਵੀ ਕਹਿੰਦੇ ਵੀ ਰੰਗ ਬਦਲ ਸਕਦੇ ਆ। ਮੈਂ ਕਿਹਾ ਜੀ ਪਲ 'ਚ ਰੰਗ ਬਦਲਦੇ ਆਏ। ਹੁਣ ਐਗਜ਼ਾਮਪਲ ਦਿੰਦੇ ਵੀ ਇੰਡੋਨੇਸ਼ੀਆ ਦੀ, ਇੰਡੋਨੇਸ਼ੀਆ 'ਚ ਜਿਹੜੀ ਗਣੇਸ਼ ਜੀ ਮਹਾਰਾਜ ਦੀ ਮੂਰਤੀ ਲੱਗੀ ਆ, ਫੋਟੋ ਲੱਗੀ। ਹੁਣ ਇੰਡੋਨੇਸ਼ੀਆ 'ਚ 85% ਆਬਾਦੀ ਜਿਹੜੀ ਮੁਸਲਮ ਆ ਸਾਹਿਬ ਜੀ ਤੇ ਜੇ 85% ਵਾਲੇ ਆਪਣੀ ਫੋਟੋ ਨਾ ਲਵਾ ਕੇ ਆਪਣੇ ਕਿਸੇ ਪੈਗੰਬਰ ਦੀ, ਪੀਰ ਪੈਗੰਬਰ ਦੀ, ਹਿੰਦੂਆਂ ਲਵਾਉਂਦੇ ਆ, ਤੇ ਹੁਣ ਹਿੰਦੂ ਬਹੁਲ ਰਾਜ ਆ ਇੰਡੀਆ, ਇਹਦਾ ਮਤਲਬ ਇੱਥੇ ਮਿਨੋਰਟੀ ਵਾਲਿਆਂ ਦੀ ਫੋਟੋ ਲੱਗਣੀ ਚਾਹੀਦੀ ਆ ਜੀ। ਫਿਰ ਇਹਨਾਂ ਦੀ ਆਸਥਾ ਕਿੱਥੇ ਜਾਊਗੀ? ਇਹਨਾਂ ਨਵਾਂ ਵਿਵਾਦ ਨੂੰ ਜਨਮ ਦੇ ਦਿੱਤਾ। ਵਿਵਾਦਾਂ ਤੋਂ ਬਚਣਾ ਚਾਹੀਦਾ। ਚੰਗੀ ਕੰਮ ਜਿੱਦਾਂ ਅੱਗੇ ਕਹਿੰਦੇ ਨਾ ਸਾਡੇ ਕੰਮ ਵੇਖੋ ਜੀ ਤੇ ਕੰਮ ਜੇ ਅਸੀਂ ਚੰਗੇ ਕੀਤੇ ਤੇ ਵੋਟ ਦਿਓ। ਉਸੇ ਰਾਜਨੀਤੀ ਤੱਕ ਜਿਹੜੇ ਕਦਮ ਜਿਹੜੇ ਇਹਨਾਂ ਨੇ ਚੁੱਕੇ ਆ ਨਾ, ਉਹਦੇ ਉੱਤੇ ਹੀ ਤੁਰਨਾ ਚਾਹੀਦਾ। ਆ ਨਵੇਂ ਐਸੋਸੀਏਸ਼ਨ ਬੀਜੇਪੀ ਵਾਲੇ ਸ਼ਰਮ ਮੰਨਦੇ ਵੀ ਧਰਮ ਦੀ ਰਾਜਨੀਤੀ ਕਰਦੇ ਆ। ਸਾਡਾ ਸੰਵਿਧਾਨ ਜਿਹੜਾ ਨਾ ਧਰਮ ਦੀ ਰਾਜਨੀਤੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਭੰਡਾਰੀ ਸਾਹਿਬ। ਜਦੋਂ ਆਪਾਂ ਇਲੈਕਸ਼ਨ ਕਮਿਸ਼ਨ ਕੋਲ ਜਾਂਦੇ ਆ ਉੱਥੇ ਐਫੀਡੇਵਿਟ ਦਿੰਦੇ ਆ ਕਿ ਧਰਮ ਦੀ ਰਾਜਨੀਤੀ ਨਹੀਂ ਕਰਾਂਗੇ, ਅਸੀਂ ਲੋਕਾਂ ਦੀ ਧਾਰਮਿਕ ਭਾਵਨਾ ਖਿਲਵਾੜ ਨਹੀਂ ਕਰਾਂਗੇ, ਕਿਸੇ ਮੰਦਰ ਗੁਰਦੁਆਰੇ 'ਚ ਮੀਟਿੰਗ ਨਹੀਂ ਕਰ ਸਕਦੇ ਤੀ ਇਲੈਕਸ਼ਨ ਦੇ ਵਿੱਚ। ਪਰ ਇਹਨਾਂ ਨੇ ਸਾਰੀਆਂ ਚੀਜ਼ਾਂ ਵੋਟ ਦਾ ਪ੍ਰਯੋਗ ਕਰ ਸਕਦੇ ਤੀ। ਇਹਨਾਂ ਨੇ ਸਾਰੀਆਂ ਚੀਜ਼ਾਂ ਛਿੱਕੇ ਤੇ ਟੰਗਤੀਆਂ, ਸਾਰੀਆਂ ਟਾਂਕੇ ਦੇ ਨਵੇਂ ਕੰਮ ਕਰਨ ਲੱਗ ਪਏ ਆ। ਬਹੁਤ ਮਾੜੀ ਗੱਲ ਆ। ਚੰਗੇ ਕੰਮ ਇਹਨਾਂ ਨੂੰ ਕਰਨੇ ਚਾਹੀਦੇ ਆ। ਆਪਣੀ ਜਿਹੜੀ ਆ ਇੰਡੀਆ ਅਗੇਂਸਟ ਕਰਪਸ਼ਨ ਵਾਲੀ ਮੂਵਮੈਂਟ ਨੂੰ ਚੇਤੇ ਰੱਖਣਾ ਇਹਦਾ। ਜਿੱਦਾਂ ਪੰਜਾਬ ਗਵਰਨਮੈਂਟ ਚਲਾ ਰਹੀ ਹੈ, ਕਰਪਟ ਬੰਦਿਆਂ ਨੂੰ ਫੜ ਰਹੀ ਆ, ਕਈਆਂ ਨੂੰ ਸੰਰਕਸ਼ਨ ਦੇ ਰਹੀ ਆ, ਕਈ ਕੰਮ ਨਹੀਂ ਫੜੇ ਜਾਂਦੇ ਪਰ ਜ਼ਿਆਦਾਤਰ ਫੜੇ ਜਾ ਰਹੇ ਆ। ਤੁਸੀਂ ਵੇਖਿਆ ਹੋਣਾ
ਕੱਲ ਤਹਿਸੀਲ ਦੇ ਵਿੱਚੋਂ ਇੱਕ ਦਰਜਾ 4 ਫੜਿਆ ਗਿਆ 1 ਲੱਖ ਰੁਪਏ ਰਿਸ਼ਵਤ ਤਹਿਸੀਲ ਦੇ ਰੇਟ ਹੀ ਬੜੇ ਆ। ਤੁਸੀਂ ਵੇਖੋ ਵੀ ਵਿਜੀਲੈਂਸ ਦੀ ਨੱਕ ਤਲੇ ਬਿਲਕੁਲ ਨਾਲ ਕਦਨਾ ਕੰਨ ਸਾਂਝੀ। ਹੁਣ ਡੀਸੀ ਕੰਪਲੈਕਸ ਦੇ ਨਾਲ ਤਾਂ ਤਹਿਸੀਲ ਦੀ ਸ਼ਰੇਆਮ ਰਿਸ਼ਵਤ ਚੱਲਦੀ ਆ। ਉਹ ਤਾਂ ਡੀਸੀ ਸਾਹਿਬ ਨੇ ਪਤਾ ਇੱਕ ਵਾਰੀ ਤੁਹਾਨੂੰ ਯਾਦ ਹੋਣਾ ਇਹ ਗੱਲ ਵੀ ਕੀਤੀ ਸੀਗੀ ਬੰਦਾ ਫੜ ਕੇ ਛੱਡਤਾ ਸੀ ਉਹਨੂੰ ਹੀ। ਉਹ ਤੇ ਐਕਸ਼ਨ ਲੈਣਾ ਚਾਹੀਦਾ, ਕੇਸ ਰਜਿਸਟਰਡ ਕਰਨਾ ਚਾਹੀਦਾ। ਡੀਸੀ ਸਾਹਿਬ ਨੇ ਉਹਨੂੰ ਛੱਡਤਾ, ਤਰਸ ਖਾ ਗਏ ਵੀ ਗਰੀਬ ਆਦਮੀ ਚਲੋ ਛੱਡ ਦਿਓ। ਅੱਛਾ ਕਹਿੰਦੇ ਇੱਕ ਸਿੰਚਾਈ ਡਿਪਾਰਟਮੈਂਟ, ਇਰੀਗੇਸ਼ਨ ਡਿਪਾਰਟਮੈਂਟ ਹੁਣ ਸੁਰਖੀਆਂ 'ਚ ਜ਼ਿਆਦਾ। ਵੈਸੇ ਤੇ ਕਹਿੰਦੇ ਵੀ 1000 ਕਰੋੜ ਦਾ ਜਿਹੜਾ ਘੁਟਾਲਾ ਹੈ, 3 ਸਾਬਕਾ IAS ਅਫਸਰ, 2 ਸਾਬਕਾ ਮੰਤਰੀ ਫਸੇ ਹੈ, ਹੋਰ ਵੀ ਕਈ ਮੰਤਰੀਆਂ ਦੀ ਗੱਲਬਾਤ ਜਿਹੜੇ ਅਧਿਕਾਰੀ ਉਹਨਾਂ ਦਾ ਸਾਹਮਣੇ ਆ ਰਿਹਾ ਹੈ। ਹੁਣ 2 ਇੰਜੀਨੀਅਰ ਨੇ ਕਹਿੰਦੇ ਵੀ ਕਾਰਜਕਾਰੀ ਇੰਜੀਨੀਅਰ ਨੇ ਸਰਹੰਦ ਫੀਡਰ ਦੀ ਰਿਪੇਅਰ ਤੇ ਇਹਨਾਂ ਨੂੰ ਲਾਤਾ ਗਿਆ। ਪਹਿਲਾਂ 2 ਇਹਨਾਂ ਨੂੰ ਚਾਰਜ ਸ਼ੀਟ ਕੀਤਾ ਜਾਂਦਾ ਵੀ ਕੀ ਹੁਣ ਦੋਦੇ ਧੋਤੇ ਹੋ ਗਏ। ਬੜੀ ਹਾਸੋ ਹੀ ਨਹੀਂ ਗੱਲ ਆ ਵੀ ਇੱਕ ਬੰਨੇ ਸਰਕਾਰ ਦੇ ਭ੍ਰਸ਼ਟਾਚਾਰੀਆਂ ਨੂੰ ਨਕੇਲ ਪਾਉਣ ਦੀ ਗੱਲ ਕਰਦੀ ਆ ਜੀ, ਆਂਦੇ ਉਹਨੂੰ ਜੇਲ੍ਹਾਂ ਸੁੱਟੇ ਗਏ। ਇੱਕ ਬੰਨੇ ਉਹੇ ਚਾਰਜ ਸ਼ੀਟ ਬੰਦਿਆਂ ਨੂੰ ਉਸੇ ਸਰਹੰਦ ਫੀਡਰ ਦਾ ਕੰਮ ਕਰਨ ਦੁਬਾਰਾ ਦੇ ਦਿੱਤਾ ਗਿਆ। ਸਰਹੰਦ ਫੀਡਰ ਦੀ ਰੀਲਾਈਨਿੰਗ ਦਾ ਕੰਮ ਹੋਣਾ 30 ਨਵੰਬਰ ਤੋਂ ਲੈ ਕੇ 3 ਜਨਵਰੀ ਤੱਕ 35 ਦਿਨ ਚੱਲਣਾ ਜੀ। ਪਹਿਲਾਂ ਵੀ 2 ਸਾਲਾਂ ਤੋਂ ਰੁਕ ਕੇ ਕੰਮ ਚੱਲ ਰਿਹਾ। 2 ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਹੀ ਸੁਖਜੀਤ ਸਿੰਘ ਰੰਧਾਵਾ ਤੇ ਯਾਦਵਿੰਦਰ ਸਿੰਘ ਜੀ, ਇਹਨਾਂ ਤੇ ਇਹ ਰੋਪ ਲੱਗੇ ਸੀ ਵੀ ਇਹਨਾਂ ਨੇ ਬੇਨਿਯਮੀਆਂ ਕੀਤੀਆਂ ਕੰਮ ਦੇ ਵਿੱਚ, ਨਹਿਰ ਦੇ ਨਿਰਮਾਣ 'ਚ ਘਟੀਆ ਸਮਾਨ ਵਰਤਿਆ ਤੇ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਨਿਭਾਈ ਤੇ ਚਾਰਜ ਸ਼ੀਟ ਕੀਤਾ ਹੈ ਇਹਨਾਂ ਜੀ। ਤੇ ਚਾਰਜ ਸ਼ੀਟ ਕੀਤਾ ਕਰਨ ਤੋਂ ਬਾਅਦ ਇਹ ਇਨਕੁਆਇਰੀ ਚੱਲਣ ਦੀ ਆ। ਤੇ ਪਰ ਵੇਖੋ ਜਦੋਂ ਹੁਣ ਦੁਬਾਰਾ ਕੰਮ ਸ਼ੁਰੂ ਕਰਨ ਲੱਗੇ ਆ, ਫਿਰ ਜਿਹੜੇ 4 ਇੰਜੀਨੀਅਰ ਲਾਏ ਉਹਨਾਂ 'ਚ 2 ਐਫ ਲਾਤੇ ਆ। ਚਾਰਜ ਸ਼ੀਟਡ ਬੰਦੇ ਇਨਕੁਆਇਰੀ ਚੱਲਣ ਦੀ ਆ ਤੇ ਉਹਨਾਂ ਨੂੰ ਦੁਬਾਰਾ ਕੰਮ ਦੇ ਦਿੱਤਾ। ਹੁਣ ਨਾ ਘਟੀਆ ਮਟੀਰੀਅਲ ਵਰਤਣਗੇ, ਹੁਣ ਕਿਹੜਾ ਉਹਨਾਂ ਸੋਨੇ ਦੀ ਇੱਟਾਂ ਲਾ ਦੇਣੀਆਂ ਉੱਥੇ। ਵੈਸੇ ਘਟੀਆ ਮਟੀਰੀਅਲ ਵਰਤਣਾ ਸਰਕਾਰ ਜਿਵੇਂ ਭਗਵੰਤ ਮਾਨ ਉਹਨਾਂ ਨੂੰ ਅਸੀਂ ਪਹਿਲੇ ਵੀ ਬੇਨਤੀ ਕੀਤੀ ਵੀ ਜਿਹੜੇ ਬੰਦੇ ਵਿਜੀਲੈਂਸ ਤੋਂ ਫੜੇ ਗਏ ਆ ਜਾਂ ਜਿਨ੍ਹਾਂ ਨੂੰ ਚਾਰਜ ਸ਼ੀਟ ਕੀਤਾ ਗਿਆ ਪਹਿਲੇ ਕਿਸੇ ਨਾ ਕਿਸੇ ਆਰੋਪ ਦੇ ਵਿੱਚ, ਤੇ ਉਹਨਾਂ ਨੂੰ ਪ੍ਰਾਈਮ ਪੋਸਟਾਂ ਨਹੀਂ ਦੇਣੀਆਂ ਚਾਹੀਦੀਆਂ। ਪਰ ਇਹ ਫਿਰ ਇਹ ਭ੍ਰਸ਼ਟਾਚਾਰ ਦੇ ਖਿਲਾਫ ਨਾਰਾ ਤੇ ਬੜਾ ਦਿੰਦੇ ਆ। ਭੰਡਾਰੀ ਸਾਹਿਬ ਆਪਣੇ ਸ਼ਹਿਰ 'ਚ ਨਜ਼ਰ ਮਾਰ ਲਓ, ਰੰਗੇ ਹੱਥੀ ਵਿਜੀਲੈਂਸ ਤੋਂ ਬੰਦੇ ਫੜੇ ਹੋਏ ਅਜੇ ਪ੍ਰਾਈਮ ਪੋਸਟਾਂ ਤੇ ਬੈਠੇ ਆ। ਕਈ ਵਾਰੀ ਆਪਾਂ ਪ੍ਰੋਗਰਾਮ 'ਚ ਆਪਣੇ ਬੋਲੇ ਆ, ਉਹ ਕਿਉਂ ਉਹਨਾਂ ਦੀ ਕਮਾਊ ਪੋਤਾ ਪੈਸਾ ਉਹਨੇ ਕਮਾ ਕੇ ਦੇਣਾ, ਹੋਰ ਨਹੀਂ ਕਿਸੇ ਨੇ ਦੇਣਾ। ਜਿਹੜੇ ਵਿਜੀਲੈਂਸ ਤੋਂ ਫੜੇ ਗਏ ਉਹਨਾਂ ਡਰ ਲੈ ਗਿਆ ਨਾ ਹੁਣ ਵੀ ਅੱਗੇ ਫੜੇ ਗਏ ਆ। ਮੈਂ ਵੇਖਿਆ ਕਈ ਬੰਦਿਆਂ ਦੀ ਸ਼ਰਮ ਆਉਂਦੀ ਆ ਤੇ ਕਈ ਬੰਦੇ ਅੱਗੇ ਨਾ ਨਿਡਰ ਹੋ ਜਾਂਦੇ ਆ। ਉਹ ਆਦੇ ਵੀ ਹੋਰ ਪੈਸੇ ਲਓ, ਹੁਣ ਤੇ ਸਾਨੂੰ ਰਾਹ ਆ ਗਿਆ, ਵਿਜੀਲੈਂਸ ਕੋਲ ਜਾ ਕੇ ਬਚਣਾ ਕਿੱਦਾਂ। ਉਹ ਇਸ ਕਰਕੇ ਸਰਕਾਰ ਦਾ ਕਰਪਸ਼ਨ ਕਰ ਰਹੇ ਆ। ਹੁਣ ਇਦਾਂ ਹੀ ਅਪ੍ਰੈਲ ਮਈ 'ਚ ਇਹ ਫੀਡਰ ਦੀ ਦੁਬਾਰਾ ਰਿਪੇਅਰ ਹੋਈ, ਟੁੱਟ ਗਿਆ ਸੀ। ਉਹ 'ਚ ਇੱਕ ਐਸਸੀ ਨੇ ਨਿਲੰਬਿਤ ਕੀਤਾ ਸੀ, 2 JE ਕੀਤੇ ਸੀ, 2 SDO ਕੀਤੇ ਸੀ, 2 ਠੇਕੇਦਾਰ ਕੀਤੇ ਸੀ। ਪਰ ਜੇ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਫੀਡਰ ਦਾ ਦਿਓਗੇ ਰਿਪੇਅਰ ਦਾ ਰੀਲਾਈਨਿੰਗ ਦਾ ਕੰਮ, ਤੇ ਫਿਰ ਦੁਬਾਰਾ ਹੀ ਟੁੱਟਦੀ ਰਹਿਣੀ। ਸਰਹੰਦ ਫੀਡਰ ਨਹੀਂ ਕਦੀ ਬਣ ਸਕਦੀ। ਫਿਰ ਇਹ ਹਮੇਸ਼ਾ ਇਦਾਂ ਹੀ ਟੁੱਟਦੀ ਰਹੂ ਤੇ ਬਣਦੀ ਰਹੂ। ਤਾਂ ਹੀ ਉਹ ਕਹਿੰਦੇ ਨਾ ਇਰੀਗੇਸ਼ਨ ਦਾ ਮਹਿਕਮਾ ਬੜਾ ਵਧੀਆ, ਨਹਿਰਾਂ 'ਚ ਬਣਦੀਆਂ ਹਰ ਸਾਲ ਹੀ ਟੁੱਟਦੀਆਂ, ਹਰ ਸਾਲ ਹੀ ਬਣਦੀਆਂ, ਰੁੜ ਜਾਂਦੀਆਂ ਵਿੱਚ। ਤੇ ਤਾਂ ਹੀ 1000 ਕਰੋੜ ਰੁਪਏ ਦਾ ਸਕੈਮ ਨਿਕਲਿਆ ਸੀ। ਆ ਵੇਖੋ ਨਹੀਂ ਵੀ ਕਿਸ ਤਰ੍ਹਾਂ ਉਹ ਠੇਕੇਦਾਰ ਜਿੱਥੇ ਉਹਨਾਂ ਨੇ ਸਫਾਈ ਕੀਤੀ ਵੀ ਕਿ ਨਹੀਂ ਕੀਤੀ, ਹੁਣ ਇਹਨਾਂ ਪਤਾ ਲਾਉਣਾ ਵੀ ਔਖਾ। ਪਰ ਚਲੋ ਵਿਜੀਲੈਂਸ ਲੱਗੀ ਤੇ ਹੋਈ ਹੈ। ਹੁਣ ਵਿਜੀਲੈਂਸ ਵੀ ਕੀ ਕਰੂ ਵੀ ਸਰਕਾਰ ਬਾਰ-ਬਾਰ ਨਿਯੁਕਤੀਆਂ ਉਹਨਾਂ ਬੰਦਿਆਂ ਨੂੰ ਦੇਈ ਜਾਊਗੀ ਜਿਹੜੇ ਕਿ ਜਿਨ੍ਹਾਂ ਦੇ ਉੱਪਰ ਕੋਈ ਕਿਸੇ ਨਾ ਕਿਸੇ ਆਰੋਪ ਹੈ। ਅਰਗੇ ਜੀ ਕੂੜੇ ਤੇ ਰਾਜਨੀਤੀ ਸ਼ੁਰੂ ਹੋ ਗਈ ਹੈ ਦਿੱਲੀ। ਵੈਸੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਬੀਜੇਪੀ ਦਾ ਹਮੇਸ਼ਾ 36 ਦਾ ਆંકੜਾ ਰਿਹਾ ਹੈ। ਹੁਣ ਕੂੜੇ ਤੇ ਰਾਜਨੀਤੀ ਹੋਈ ਹੈ ਤੇ ਅਰਵਿੰਦ ਕੇਜਰੀਵਾਲ ਵੈਸੇ ਤੇ ਇਹ ਵੀ ਕਹਿੰਦੇ ਵੀ ਸਾਨੂੰ ਹੈ ਕਿ ਕੂੜੇ ਤੇ ਵੋਟ ਦਿਓ ਤੇ ਜੇ ਅਸੀਂ ਕੰਮ ਨਾ ਕਰਾਂਗੇ ਤੇ ਵੋਟ ਨਾ ਦੇਣਾ। ਵੈਸੇ ਕਹਿੰਦੇ ਇਹੋ ਹੀ ਆ ਜਿੱਥੇ ਵੀ ਜਾਂਦੇ ਨੇ ਨਾ ਉਹ ਵੀ ਸਾਨੂੰ ਇੱਕ ਮੌਕਾ ਪੰਜਾਬ 'ਚ ਵੀ ਇੱਕ ਮੌਕਾ ਕੇਜਰੀਵਾਲ ਨੂੰ ਮੰਗਿਆ ਸੀ, ਉਹਦੇ ਨਾਂ ਦੇ ਲੋਕਾਂ ਨੇ ਮੌਕਾ ਤੇ ਦਿੱਤਾ। ਪਰ ਫਿਲਹਾਲ ਅਜੇ ਸਾਨੂੰ ਲੱਗਦਾ ਨਹੀਂ ਕਿ ਪੰਜਾਬ ਨੂੰ ਜਿਹੜੇ ਵਾਅਦੇ ਕੀਤੇ ਸੀ ਪੰਜਾਬ ਨੂੰ ਕਰਜ਼ ਮੁਕਤ ਕਰ ਦੇਣਗੇ, ਉਹ ਕਰਜ਼ ਮੁਕਤ ਹੁੰਦਾ ਨਜ਼ਰ ਤਾਂ ਨਹੀਂ ਆਉਂਦਾ। ਤੇ ਦਿੱਲੀ ਦੇ ਵਿੱਚ ਉਹਨੇ ਨਵੀਂ ਇਹਨਾਂ ਨੇ ਗੱਲ ਕਰਤੀ ਹੈ ਜੀ। ਭੰਡਾਰੀ ਸਾਹਿਬ ਗੱਲ ਇੱਦਾਂ ਵੀ ਉੱਥੇ MCD ਦੀ ਚੋਣ ਜੈਸ ਸਾਲ ਦੇ ਅਖੀਰ 'ਚ ਅਗਲੇ ਸਾਲ ਦੀ ਸ਼ੁਰੂ 'ਚ ਹੋਣ ਵਾਲੀ ਹੈ ਜੀ ਜੀ। ਇਸ ਕਰਕੇ ਬੀਜੇਪੀ ਤੇ ਆਮ ਆਦਮੀ ਪਾਰਟੀਆਂ ਦੋਵੇਂ ਐਕਟਿਵ ਹੋ ਗਏ, ਕੰਮ ਕਰਨ ਲੱਗ ਪਏ ਹੁਣ ਜੀ। ਹੁਣ ਗਾਜੀਪੁਰ 'ਚ ਕੂੜੇ ਦੇ ਢੇਰ ਲੱਗੇ ਸੀ ਤੇ ਅਰਵਿੰਦ ਕੇਜਰੀਵਾਲ ਕੂੜੇ ਦੇ ਢੇਰ ਵੇਖਣ ਚੱਲ ਗਏ ਉੱਥੇ ਜੀ। ਤੇ ਉਹਨਾਂ ਟਵੀਟ ਕਰਤਾ ਮੈਂ ਕੂੜੇ ਦੇ ਢੇਰ ਦੇਖਣੇ ਆ ਰਹਾ ਹਾਂ ਜੀ। ਹੁਣ ਬੀਜੇਪੀ ਵਾਲਿਆਂ ਨੂੰ ਆ ਗਿਆ, ਉਹ ਆਂਦੇ ਵੀ ਤੂੰ ਇੰਨੇ ਚਿਰ ਕਿੱਥੇ ਸੁਤਾ ਰਿਹਾ ਜੀ। ਤੇ ਹੁਣ ਕਿਉਂ ਆਏ ਜੇ? ਬੀਜੇਪੀ ਵਾਲਿਆਂ ਨੇ ਕਾਲੀ ਝੰਡੀ ਲੈ ਕੇ ਵਿਰੋਧ ਕਰਤਾ। ਦੱਸੋ ਜੇ ਵੇਖਣ ਆ ਗਏ ਚੁਕਾ ਦੋਗੇ ਤੇ ਤੁਹਾਡਾ ਕੀ ਨੁਕਸਾਨ ਕੀ ਆ? ਬੀਜੇਪੀ ਵਾਲਿਓ ਕੂੜਾ ਚੁੱਕਣ ਦੇ ਲੋਕਾਂ ਨੂੰ ਤਾਂ ਰਾਹਤ ਮਿਲੂਗੀ ਨਾ। ਉਹਨਾਂ ਕਾਲੀਆਂ ਝੰਡੀਆਂ ਲੈ ਕੇ ਉਹਨਾਂ ਦਾ ਵਿਰੋਧ ਕੀਤਾ, ਪਿੱਟ ਸਿਆਪਾ ਵੀ ਕੀਤਾ, ਪਿੱਟ ਸਿਆਪਾ ਪੂਰਾ ਕੀਤਾ। ਉਧਰੋਂ ਆਪ ਵਰਕਰਾਂ ਕੀਤਾ, ਲੜਾਈ ਹੁੰਦੇ ਆ ਮਸਾਂ ਹੀ ਬਚੀ ਆ। ਅੱਜ ਦੀ ਬੜੀ ਤਾਜ਼ਾ ਖਬਰ ਸੀ, ਸਾਰੇ ਚੈਨਲ ਵੀ ਇਹਨੂੰ ਵਿਖਾ ਰਹੇ ਸੀ। ਇੱਥੇ ਖਾਸ ਦੱਸਣ ਯੋਗ ਆ ਕਿ ਪਿਛਲੇ 15 ਸਾਲਾਂ ਤੋਂ ਬੀਜੇਪੀ ਦਾ MCD ਤੇ ਕਬਜ਼ਾ ਨਗਰ ਨਿਗਮ ਦੇ ਉੱਥੇ ਜੀ। ਹੁਣ ਇਹ ਚਾਹੁੰਦੇ ਵੀ ਅਸੀਂ ਲਈਏ MCD ਸਾਡੇ ਵਾਲੇ ਆਵੇ, ਲੋਕਾਂ ਨੂੰ ਦੱਸੀਏ ਵੀ ਕੀ ਕਰ ਰਹੇ। ਗੰਦਗੀ ਦਾ ਦੋਵਾਂ ਤੇ ਗੰਦਗੀ ਦਾ ਕੂੜੇ ਦੇ ਢੇਰੀ ਬਣਾਤੇ ਬੀਜੇਪੀ ਨੇ ਉੱਥੇ ਸਾਰੇ। ਅਰਵਿੰਦ ਕੇਜਰੀਵਾਲ ਲੋਕਾਂ ਨੂੰ ਕਹਿੰਦੇ ਵੀ ਲੋਕਾਂ ਨੂੰ ਹੁਣ ਸਾਨੂੰ ਵੋਟਾਂ ਪਾਣੀਆਂ ਚਾਹੀਦੀਆਂ,
ਵੀ ਇਹਨਾਂ ਨੂੰ ਹੁਣ ਵੋਟਾਂ 15 ਸਾਲ ਦੀ ਦੇਤੇ ਜੇ, ਇਹਨਾਂ ਗੰਦ ਹੀ ਖਿਲਾ ਰਿਹਾ ਸਾਰੇ ਦਿੱਲੀ ਦੇ ਵਿੱਚ, ਤੇ ਸਾਨੂੰ ਮੌਕਾ ਦਿਓ ਵੀ ਅਸੀਂ ਸਾਫ਼ ਸਫਾਈ ਕਰੀਏ। ਹੈ ਤੇ ਸਾਰਾ ਪੋਲੀਟੀਕਲ ਸਟੰਟ ਹੈਗਾ ਭੰਡਾਰੀ ਸਾਹਿਬ, ਤੇ 5 ਸਾਲ ਕਿਉਂ ਨਾ ਕੂੜਾ ਦਿਖਿਆ ਇਹਨਾਂ ਨੂੰ। ਵੈਸੇ ਇੱਕ ਗੱਲ ਮੈਂ ਕੱਲ ਨਾ ਇੱਕ ਆਰਟੀਕਲ ਪੜ੍ਹ ਰਿਹਾ ਸੀ, ਉਹਦੇ 'ਚ ਵੀ ਲਿਖਿਆ ਸੀ ਵੀ ਭਾਰਤ ਜਿਹੜਾ ਨਾ ਉਹ ਕਚਰੇ ਦੇ ਢੇਰ 'ਚ ਤਬਦੀਲ ਹੋ ਰਿਹਾ ਹੈ। ਵੀ ਜੇ ਉਹਨਾਂ ਨੇ ਇਹ ਵੀ ਨਾਲ ਵੱਲਦਾ ਵੀ ਜੇ ਕਬਾੜੀਏ ਨਾ ਹੋਣ ਤੇ ਕਚਰਾ ਬੀਨਣ ਵਾਲੇ ਜਿਹੜੇ ਕਚਰਾ ਇਕੱਠਾ ਕਰਦੇ ਉਹ ਨਾ ਹੋਣ, ਤੇ ਹੁਣ ਤੱਕ ਜਿਹੜਾ ਇੰਡੀਆ ਨਾ ਲੋਕ ਕਚਰੇ ਦੇ ਥੱਲੇ ਦਬ ਗਏ ਹੋਣੇ ਸੀ ਵੀ ਇੰਨੇ ਹਜ਼ਾਰਾਂ ਟਨ ਜਿਹੜਾ ਕਚਰਾ ਜਿਹੜਾ ਨਿਕਲ ਸਮੁੰਦਰ 'ਚ, ਉੱਥੇ ਕਚਰਾ ਸੜਕਾਂ ਤੇ ਉੱਥੇ ਗਏ। ਇਹਨਾਂ ਕੋਲ ਰੀਸਾਈਕਲਿੰਗ ਵਾਸਤੇ ਤਾਂ ਕੋਈ ਸਿਸਟਮ ਹੀ ਨਹੀਂ ਹੈ। ਤੇ ਸਰਕਾਰਾਂ ਨੂੰ ਇੱਕ ਇਹਨਾਂ ਮਤਲਬ ਆ ਵੀ ਕਿਸ ਤਰ੍ਹਾਂ ਰਾਜਨੀਤੀ ਕਰਕੇ ਲੋਕਾਂ ਨੂੰ ਮੂਰਖ ਬਣਾਉਣਾ ਤੇ ਵੋਟ ਹਾਸਲ ਕਰਨੇ ਆ। ਇੱਕ ਵਾਰੀ ਝੂਠ ਬੋਲਿਆ ਤਾਂ ਅਗਲੀ ਵਾਰੀ ਝੂਠ 5 ਸਾਲ ਬਾਅਦ ਹੀ ਬੋਲਣਾ ਹੈ, ਤੇ ਲੋਕਾਂ ਨੂੰ ਚੇਤਾ ਭੁੱਲ ਜਾਂਦਾ। ਨਿੱਜਰ ਸਾਹਿਬ ਕਹਿੰਦੇ ਆ ਵੀ ਮੈਂ ਬੜਾ ਤਗੜਾ ਰੀਸਾਈਕਲਿੰਗ ਪਲਾਂਟ ਲਾ ਰਿਹਾ, ਤੇ ਵੇਖੋ ਕੀ ਬਣਦਾ। अब ਜਿਹੜੇ ਪੁਲ ਮੈਂ ਕਹਾਂਗਾ ਨਿੱਜਰ ਸਾਹਿਬ ਨੂੰ ਮੇਰੀ ਬੇਨਤੀ ਹੈ ਵੀ ਜਿਹੜੇ ਪੁਲ ਸਰਕਾਰ ਨੇ ਸ਼ੁਰੂ ਕੀਤੇ ਕਾਂਗਰਸ ਵੇਲੇ ਸ਼ੁਰੂ ਹੋਏ, ਜਿਹੜੇ 4 ਪੁਲ ਬਣਨੇ ਅੰਮ੍ਰਿਤਸਰ ਦੇ ਵਿੱਚ, ਵੀ ਉਹ ਤੇ ਕਰਵਾ ਦਿਓ ਪੂਰੇ। ਬੇੜਾ ਗਰਕ ਹੋਇਆ, ਲੋਕੀ ਥਾਂ ਗਾਲਾਂ ਕੱਢਦੇ ਆ, ਤੇ ਉੱਥੇ ਫਾਟਕਾਂ ਤੇ 2-2 ਘੰਟੇ ਜਾਮ ਲੱਗਾ ਰਹਿੰਦਾ, ਉੱਥੇ ਖਲੋਂਦੇ ਨੇ, ਨਾਲੇ ਕੋਸਦੇ ਸਰਕਾਰ ਨੂੰ ਵੀ ਕਿਹੜੇ ਵੇਲੇ ਵੋਟਾਂ ਪਾਉਂਦੇ ਆ, ਵੀ ਉਧਰ ਵੀ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ। ਵੇਖੋ ਦੀ ਰਿਕੋ ਬ੍ਰਿਜ ਦੀ ਜਿਹੜੀ ਆ ਨਿਰਮਾਣ ਦੀ ਅਵਧੀ ਸਮਾਪਤ ਹੋ ਗਈ ਹੋਈ ਹੈ, 50 ਸਾਲ ਹੋ ਗਏ ਇਹਨੂੰ, 100 ਸਾਲ ਤੋਂ ਬਾਅਦ ਹੋ ਗਏ ਜੀ। ਇਹਨਾਂ ਨੂੰ ਬਣਾ ਰਹੀ ਹੈ, ਉਹਨੂੰ ਬਣਾ ਨਹੀਂ ਰਹੇ। ਉਹ ਕਹਿੰਦੇ ਜੀ ਸਮਾਰਟ ਸਿਟੀ 'ਚ ਜਿਹੜਾ ਪੈਸਾ ਆਇਆ ਸੀਗਾ ਇਹਨਾਂ ਨੇ ਲੈਪਸਿਸ ਕਰਤਾ, ਮੇਰੀ ਹੋਈ ਸੀ ਗੱਲ। ਤੇ ਇੱਕ ਉਹਦੇ ਨਾਲ ਦੇਖੋ ਨਾ, ਹੋਟਲ ਨੇ 35 ਫੁੱਟ ਖੋਦਤਾ। ਕੁਝ ਦਿਨ ਮੇਰੀ ਪੁਲਿਸ ਕਮਿਸ਼ਨਰ ਸਾਹਿਬ ਨਾਲ ਵੀ ਗੱਲ ਹੋਈ ਸੀਗੀ ਵੀ ਤੁਸੀਂ ਇਹ ਰੀਗੋ ਬ੍ਰਿਜ ਇੱਕ ਪਾਸਾ ਬੰਦ ਤੇ ਕਰਤਾ, ਲੋਕੀ ਲੰਘਣਗੇ ਕਿੱਥੋਂ, ਲੋਕ ਜਾਣਗੇ ਕਿੱਥੇ, ਵੀ ਲੋਕ ਮਰਦੇ ਰਹਿਣ, ਇਹਨਾਂ ਨੂੰ ਕੋਈ ਮਤਲਬ ਨਹੀਂ ਆ। ਵੀ ਕੱਲ ਜਿਵੇਂ ਆਪਣੇ ਰਾਸ਼ਟਰਪਤੀ ਸਾਹਿਬ ਆਏ ਨੇ ਮੈਮ, ਉਹਨਾਂ ਨੂੰ 15 ਮਿੰਟ ਜੇ ਇੰਤਜ਼ਾਰ ਕਰਨਾ ਪੈ ਗਿਆ, ਤੇ ਸੁਰਖੀਆਂ ਵੀ ਬਣ ਗਈਆਂ, ਵੱਡੀ ਗੱਲਬਾਤ ਵੀ ਹੋ ਗਈ, ਤੇ ਲੋਕ ਜਿਹੜੇ ਮਰਦੇ ਕਈ ਘੰਟੇ ਖਲੋਤੇ ਰਹਿੰਦੇ, ਜਾਮ ਦੇ ਵਿੱਚ ਫਸਦੇ। ਅੱਜ ਵੀ ਇੱਕ ਹਿੰਦੀ ਅਖਬਾਰ ਦੀ ਹੈਡਲਾਈਨ ਸੀ ਵੀ ਕਿੰਨੇ 100 ਘੰਟੇ ਜਾਮਾਂ ਕਰਕੇ ਪੰਜਾਬ ਦੇ ਲੋਕਾਂ ਦਾ ਖਰਾਬ ਹੁੰਦਾ ਹੈ, ਕਿੰਨੇ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਭੰਡਾਰੀ ਸਾਹਿਬ ਇਹ VIP ਕਲਚਰ ਨਹੀਂ ਮੁੱਕ ਸਕਦਾ ਜੀ। ਇਹਨਾਂ ਨੂੰ ਚਾਹੀਦਾ ਜਦੋਂ ਕੋਈ ਇਦਾਂ ਦੇ ਉਪ ਰਾਸ਼ਟਰਪਤੀ ਜਾਂ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਆਇਆ ਨਾ, ਲੋਕਾਂ ਨੇ ਅਪੀਲ ਕਰ ਦਿਆ ਕਰਨ ਵੀ ਜੇ ਕੋਈ ਜ਼ਰੂਰੀ ਕੰਮ ਤੇ ਅੱਜ ਬਾਹਰ ਆਇਆ ਇੰਨੇ 3 ਵਜੇ ਤੱਕ ਇਹਨਾਂ ਨੇ ਰਹਿਣਾ ਜੇ, ਨਹੀਂ ਤੇ ਤੁਹਾਨੂੰ ਜਾਮ 'ਚ ਫਸੇ ਰਹਿਣਾ ਪੈਣਾ 2-2 3-3 ਘੰਟੇ ਤੇ ਬਾਹਰ ਹੀ ਨਿਕਲੋ। ਕਰਫਿਊ ਲਾ ਦੇਣਾ ਚਾਹੀਦਾ, ਘੋਸ਼ਿਤ ਕਰਫਿਊ ਤਾਂ ਅੱਗੇ ਲੱਗਦਾ, ਤੇ ਕਰਫਿਊ ਲਾ ਦੋ ਵੀ ਜਿੰਨੇ ਕੋਈ ਦਵਾਈ ਲੈਣ ਜਾਂ ਕਿਤੇ ਹਸਪਤਾਲ ਜ਼ਰੂਰੀ ਜਾਣਾ ਹੈ, ਕਿਤੇ ਡਿਊਟੀ ਹੋ ਚੱਲ ਜੇ, ਤੇ ਬਾਕੀ ਆਪਣਾ ਘਰੋਂ ਘਰ ਰਵੇ। ਹੁਣ ਉਪ ਰਾਸ਼ਟਰਪਤੀ ਸਾਹਿਬ ਨੂੰ 15 ਮਿੰਟ ਇੰਤਜ਼ਾਰ ਕਰਨਾ ਪਿਆ, ਕੋਈ ਮੰਦਰ ਦੇ ਕਵਾਟ 1 ਤੋਂ 3 ਵਜੇ ਤੱਕ ਬੰਦ ਰਹਿੰਦੇ ਆ ਖੋਲ੍ਹਣ ਵਾਸਤੇ, ਤੇ ਉਹਦਾ ਕਿੰਨਾ ਰੌਲਾ ਪਿਆ। ਉਹਨਾਂ ਨੇ ਪ੍ਰਸ਼ਾਸਨ ਨੂੰ ਕਹਿ ਵੀ ਦਿੱਤਾ ਵੀ ਮੈਂ ਤੁਹਾਡੇ ਪ੍ਰਬੰਧਾਂ ਨਾਲ ਸੈਟੀਸਫਾਈਡ ਨਹੀਂ ਹੈਗਾ। ਮੈਨੂੰ ਕੱਲ ਫੋਨ ਆਇਆ ਕਿ ਕਰੀਬ 2-2:30 ਵਜੇ ਦੇ ਆਸ-ਪਾਸ, ਉਹ ਕਹਿੰਦੇ ਜੀ ਅਸੀਂ ਮੇਰੇ ਕ੍ਰਿਮੇਸ਼ਨ ਤੇ ਆਏ ਕਿਤੇ, ਤੇ ਸਾਡੀ ਬਾਡੀ ਰੋਕ ਲਈ ਅੰਦਰ, ਕ੍ਰਿਮੇਸ਼ਨ ਕਰਨ ਨਹੀਂ ਜਾਣ ਦੇਣ ਦੇ ਦੁਰਗਿਆਣੇ ਦੇ। ਵੀ ਦੇਖੋ ਹੁਣ ਕੋਈ ਕਿਸੇ ਨੂੰ ਪੁੱਛ ਕੇ ਥੋੜੀ ਮਰਿਆ ਵੀ ਕਿਸੇ VIP ਨੇ ਆਉਣਾ ਹੈ, ਤੇ ਵਿਚਾਰੇ ਨੂੰ ਹੁਣ ਜੇ ਉਹਦੀ ਆਤਮਾ ਨੂੰ ਮੁਕਤੀ ਤੇ ਉਦੋਂ ਹੀ ਮਿਲੂਗੀ ਨਾ ਜਦੋਂ ਉਹਦਾ ਸੰਸਕਾਰ ਹੋਏਗਾ। ਤੇ ਲੋਕ ਇਕੱਠੇ ਪਰੇਸ਼ਾਨ ਹੋ ਰਹੇ ਸੀਗੇ, ਤੇ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਹੁਣ ਇਹਦੇ 'ਚ ਕੋਈ ਕੁਝ ਨਹੀਂ ਕਰ ਸਕਦਾ, ਕਿਉਂਕਿ ਅਸੀਂ ਹੈਲਪਲੈਸ ਹਾਂ। ਭੰਡਾਰੀ ਸਾਹਿਬ ਲੋਕਾਂ ਨੂੰ ਬੜੀ ਆਸ ਸੀ ਆਮ ਆਦਮੀ ਦੀ ਸਰਕਾਰ ਆਈ ਹੈ, ਇੱਥੇ ਤਾਮ-ਝਾਮ ਕੱਢੂਗਾ, ਸਿਕਿਉਰਿਟੀ ਦਾ ਜਿਹੜਾ ਖਰਚਾ ਕੱਢੂਗਾ, ਪਰ ਕੁਛ ਨਹੀਂ ਬਦਲਾਅ ਹੋਇਆ। ਉੱਦਾਂ ਹੀ ਸਾਰਾ ਕੁਝ ਹੋ ਰਿਹਾ, ਉੱਦਾਂ ਹੀ ਲੋਕਾਂ ਨੂੰ ਤੰਗੀ ਆ ਰਹੀ ਹੈ, ਲੋਕੀ ਜਾਮ 'ਚ ਫਸੇ ਆ, ਲੋਕਾਂ ਨੂੰ ਕੀੜੇ ਮਕੌੜੇ ਸਮਝਿਆ ਜਾਂਦਾ ਕੋਈ ਪਾਰਟੀ ਆ ਜੇ। ਉਹ ਜਦੋਂ ਵੋਟਾਂ ਲੈਣੀਆਂ ਹੋਣ ਤੇ ਭਗਵਾਨ ਦੇ ਵੋਟਰ ਸਾਡਾ ਰੱਬ ਆ, ਵੋਟਰ ਸਾਡਾ ਭਗਵਾਨ ਆ। ਵੋਟਾਂ ਲੈਂਦਿਆਂ ਸਾਰੇ ਭੁੱਲ ਜਾਂਦੇ ਜਨਤਾ ਕੀ ਚੀਜ਼ ਆ, ਆਪਣੇ ਘਰਾਂ 'ਚ ਨਹੀਂ ਬਾਹਰ ਨਿਕਲਦੇ। ਇੱਥੇ MLA ਸਾਹਿਬ ਆ ਪੁਰਾਣੀ ਜਦੋਂ ਪਤਾ ਸੀ ਉਹ ਸਗੋਂ ਘਰਾਂ 'ਚ ਮਿਲ ਲੈਂਦੇ ਸੀ। ਆ ਜਿਹੜੇ ਮੌਜੂਦਾ ਸਰਕਾਰ ਦੇ MLA ਘਰਾਂ 'ਚ ਮਿਲਦੇ ਹੀ ਨਹੀਂ, ਉਹਨਾਂ ਕੋਲ ਆਪਣਾ ਦਫ਼ਤਰ ਰੱਖਿਆ ਤੇ 2-3 ਘੰਟੇ ਆਵਾਂਗੇ, ਤੇ ਜਦੋਂ ਤੁਸੀਂ ਵੋਟਾਂ ਲੈਣਾ ਦੀ ਰਾਤ ਵੀ ਲੋਕਾਂ ਨੂੰ ਤੰਗ ਕਰ ਦਿੰਦੇ, ਤੜਕੇ ਅਗਲੇ ਦੇ ਘਰ ਚੱਲ ਜਾਂਦੇ ਆ। ਕਿਉਂ? ਉਹਨਾਂ ਦਾ ਕੋਈ ਆਪਣੀ ਕੋਈ ਜ਼ਿੰਦਗੀ ਨਹੀਂ, ਉਹਨਾਂ ਦੀ ਪਰਸਨਲ ਲਾਈਫ, ਤੁਹਾਡੀ ਸ਼ਾਹੀ ਜ਼ਿੰਦਗੀ ਹੈ, ਤੁਸੀਂ ਰਾਜੇ ਬਣ ਗਏ ਜੇ, ਤੁਸੀਂ ਹੁਣ ਜਨਤਾ ਨੂੰ ਆਪਣੀ ਮਰਜ਼ੀ ਨਾਲ ਮਿਲਣਾ। ਬੜੀ ਭਗਵੰਤ ਮਾਨ ਜੀ ਤੇ ਕੇਜਰੀਵਾਲ ਵਿਚਾਰ ਕਰਨ ਵਾਲੀ ਗੱਲ ਆ, ਤੇ ਆਪਣੇ MLA ਸਾਹਿਬਾਂ ਨੂੰ, ਮੰਤਰੀ ਸਾਹਿਬਾਂ ਨੂੰ ਇਹ ਨਿਰਦੇਸ਼ ਦੇਣ ਵੀ ਉੱਦਾਂ ਹੀ ਜਨਤਾ ਨੂੰ ਹਰ ਵੇਲੇ ਮਿਲੋ। ਦੇਖੋ ਇਹ ਉਮੀਦ ਕੀਤੀ ਜਾ ਸਕਦੀ ਹੈ, ਗੱਲਾਂ ਤੇ ਬੜੀਆਂ ਵੱਡੀਆਂ ਕਰਦੇ ਆ, ਪਰ ਜਿਹੜੀਆਂ ਉਹ ਥੱਲੇ ਉਹਦੀ ਸੱਚਾਈ ਅਸਲ 'ਚ ਕੁਝ ਹੋਰ ਹੁੰਦੀ ਹੈ। ਕਿ ਜੀ ਇੱਕ ਰਾਮ ਰਹੀਮ ਜਿਹੜੇ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਫਿਰ 40 ਦਿਨਾਂ ਦੀ ਪੈਰੋਲ ਤੇ ਨੇ, ਤੇ ਇੱਕ ਬੜਾ ਉੱਥੇ ਕਿਹਾ ਜਾ ਰਿਹਾ ਵੀ ਬਹੁਤ BJP ਦੇ ਕੁਝ ਲੀਡਰ ਹੈ ਉੱਥੇ ਜਾ ਕੇ ਮੱਥਾ ਵੀ ਟੇਕ ਰਹੇ ਹੈ। ਤੇ ਇੱਕ ਲੀਡਰ ਨੇ ਤੇ ਇੱਥੋਂ ਤੱਕ ਕਹਿਤਾ ਵੀ ਪਿਤਾ ਜੀ ਕਰਨਾਲ ਦੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਬਣਾਏ ਰੱਖਣਾ। ਤੇ ਉਹਨੂੰ ਲੈ ਕੇ ਜਿਹੜੇ ਆਪਣੇ ਮੁੱਖ ਮੰਤਰੀ ਨੇ ਹਰਿਆਣਾ ਦੇ, ਪੱਤਰਕਾਰਾਂ ਨੇ ਸਵਾਲ ਵੀ ਪੁੱਛਿਆ, ਤੇ ਉਹ ਜਵਾਬ ਵੀ ਦਿੰਦੇ ਨਜ਼ਰ ਨਹੀਂ ਆਏ। ਤੇ ਇਹ ਵੀ ਕਹਿੰਦੇ ਨੇ ਵੀ ਮੈਨੂੰ ਇਹ ਸਰਕਾਰਾਂ, ਇਹ ਜੇਲ੍ਹ ਦੇ ਆਪਣੇ ਨਿਯਮ ਕਾਨੂੰਨ ਹੁੰਦੇ ਨੇ, ਵੀ ਮੇਰਾ ਕੋਈ ਹੱਥ ਨਹੀਂ ਇਹਦੇ 'ਚ। ਬਿਲਕੁਲ ਗੱਲ ਹੈ। 40 ਰਾਮ ਰਹੀਮ ਜੀ 40 ਦਿਨ ਦੀ ਪੈਰੋਲ ਤੇ ਆਏ ਆ ਜੀ। ਪੈਰੋਲ ਤੇ ਵੇਖੋ ਜੀ ਕੈਦੀ ਦਾ ਹੱਕ ਆ, ਨਿਯਮਾਂ ਅਨੁਸਾਰ ਮਿਲਦੀ ਆ।
ਤੇ ਨਿਯਮਾਂ ਅਨੁਸਾਰ ਹੀ ਕੰਮ ਹੁੰਦਾ। ਪਰ ਹੈਗੀ ਹੈ ਵੀ ਹਰ ਵੇਲੇ ਇਲੈਕਸ਼ਨ ਦੇ ਵੇਲੇ ਕਿਉਂ ਮਿਲਦੀ ਆ? ਲੋਕੀ ਹੁਣ ਸਵਾਲ ਕਰਦੇ ਵੀ ਆਦਮਪੁਰ ਦੀ ਇਲੈਕਸ਼ਨ ਆ ਗਈ ਆ ਜੀ ਤੇ ਤੁਸੀਂ ਰਾਮ ਰੋਣ ਜੀ ਪੈਰੋਲ ਤੇ ਕੱਢ ਲਿਆਂਦੇ ਬਾਹਰ, ਬਾਈ ਇਲੈਕਸ਼ਨ ਆ ਗਈ ਸ਼ਾਇਦ। ਬਾਈ ਇਲੈਕਸ਼ਨ ਆ ਗਈ ਆ। ਹੁਣ ਯੂਪੀ ਦੇ ਬਗਪਾ 'ਚ ਇਹਨਾਂ ਨੇ ਆਪਣਾ ਵੀਡੀਓ ਕਾਲਿੰਗ ਦਾ ਇੱਕ ਸਤਸੰਗ ਕੀਤਾ ਸੀ। ਉਹਦੇ ਵਿੱਚ ਕਰਨਾਲ ਦੀ ਮੇਅਰ ਆ ਰੇਨੂ ਗੁਪਤਾ ਜੀ, ਉਹ ਕਹਿ ਰਹੇ ਬਾਬਾ ਪਿਤਾ ਜੀ ਮੇਰੇ ਤੇ ਆਸ਼ੀਰਵਾਦ ਰੱਖਿਓ, ਕਰਨਾਲ ਤੇ ਆਸ਼ੀਰਵਾਦ ਰੱਖਿਓ, ਸਵੱਛਤਾ ਅਭਿਆਨ ਇਦਾਂ ਹੀ ਚੱਲਦਾ ਰਹੇ। ਹੋਰ ਬੀਜੇਪੀ ਦੇ ਲੀਡਰ ਉਹਨਾਂ ਸਤਸੰਗ ਅਟੈਂਡ ਕੀਤਾ। ਹੁਣ ਲੋਕਾਂ ਨੇ ਇਤਰਾਜ਼ ਕੀਤਾ ਕਿ ਇਹ ਬੀਜੇਪੀ ਨੂੰ ਬਾਹਰ ਲਿਆ ਰਹੀ ਆ। ਜਦੋਂ ਮੁੱਖ ਮੰਤਰੀ ਸਾਹਿਬ ਨੂੰ, ਖੱਟਰ ਸਾਹਿਬ ਨੂੰ ਇਹ ਸਵਾਲ ਕੀਤਾ ਗਿਆ, ਭੰਡਾਰੀ ਸਾਹਿਬ, ਉਹਨਾਂ ਕਿਹਾ ਵੀ ਜੇਲ੍ਹ ਦੇ ਆਪਣੇ ਨਿਯਮ ਕਾਨੂੰਨ ਆ ਜੀ, ਇਹ ਮੈਂ ਨਹੀਂ ਲਿਆ ਸਕਦਾ ਬਾਹਰ, ਇਹ ਜੇਲ੍ਹ ਦੇ ਨਿਯਮਾਂ ਕਾਨੂੰਨਾਂ ਅਨੁਸਾਰ ਹੀ ਬਾਹਰ ਆਉਂਦਾ, ਇਹ 'ਚ ਸਾਡਾ ਕੋਈ ਹੱਥ ਨਹੀਂਗਾ। ਜੇ ਉਹਨਾਂ ਨੇ ਕਿਹਾ ਗਿਆ ਵੀ ਆਦਮਪੁਰ ਦਾ ਇਲੈਕਸ਼ਨ ਹਾਰ ਰਹੇ, ਇਲੈਕਸ਼ਨ ਵਾਲੇ ਗਵਾਉਂਦੇ ਜੀ, ਨਹੀਂ, ਉਹ ਸਵਾਲਾਂ ਤੋਂ ਬਚਦੇ ਰਹੇ। ਇਹ ਕਹਿੰਦੇ ਰਹੇ ਵੀ ਜੇਲ੍ਹ ਵਾਲਿਆਂ ਨੇ ਇਸ ਪੈਰੋਲ ਦਿੰਦੇ ਆ, ਅਸੀਂ ਨਹੀਂ ਪੈਰੋਲ ਦਿੰਦੇ, ਜੇਲ੍ਹ ਦੇ ਨਿਯਮਾਂ ਕਾਨੂੰਨਾਂ ਅਨੁਸਾਰ ਹੀ ਹੁੰਦੀ ਆ। ਤੇ ਪਰ ਵੇਖ ਲਓ ਵੀ ਰਾਜਨੀਤੀ ਆ, ਕਈ ਕੁਝ ਕਰਾ ਦਿੰਦੀ ਆ। ਅਸੀਂ ਕਿਸੇ ਦੀ ਪੈਰੋਲ ਦੇ ਖਿਲਾਫ ਨਹੀਂ, ਹਰ ਕੈਦੀ ਜਿਹੜਾ ਉਹਦਾ ਪੈਰੋਲ ਹੱਕ ਹੈਗਾ। ਉਹਦੇ ਸੋਸ਼ਲ ਮੀਡੀਆ ਦੇ ਉੱਪਰ ਵੀ ਨਾ ਬਹੁਤ ਸਾਰੀਆਂ ਗੱਲਾਂ ਜਿਹੜੇ ਯੂਜ਼ਰ ਉਹ ਲਿਖ ਰਹੇ ਨੇ ਵੀ ਜਦੋਂ ਜੀ ਕੀਤਾ ਵੀ ਇੱਕ ਜਿਹੜਾ ਉਹਨੂੰ ਸਜ਼ਾ ਕੱਟ ਰਿਹਾ 20 ਸਾਲ ਦੀ ਸਜ਼ਾ ਹੋਈ ਉਹਨਾਂ ਨੂੰ ਤੇ ਰਾਮ ਰਹੀਮ ਨੂੰ, ਉਹਨੂੰ ਜਦੋਂ ਜੀ ਕੀਤਾ ਲੈਣ ਦਾ, ਜਦੋਂ ਜੀ ਕੀਤਾ। ਪਰ ਚਲੋ ਸਰਕਾਰਾਂ ਦੀ ਮਰਜ਼ੀ ਹੈ, ਕੁਝ ਵੀ ਕਰ ਸਕਦੇ ਨੇ। ਇੱਕ ਅਰਗੇ ਜੀ ਹਮੇਸ਼ਾ ਅਸੀਂ ਗੱਲ ਕਰਦੇ ਹਾਂ ਨਸ਼ੇ ਦੀ। ਅੰਮ੍ਰਿਤਸਰ ਦਾ ਮਕਬੂਲਪੁਰਾ ਇਲਾਕਾ ਜਿਹੜਾ ਹੈ, ਇੱਕ ਵੀਡੀਓ ਵਾਇਰਲ ਅੱਜ ਫੇਰ ਹੋ ਰਹੀ ਹੈ। ਉੱਥੇ ਨੌਜਵਾਨ ਹੈ, ਕੋਈ 25-30 ਸਾਲ ਦਾ ਨੌਜਵਾਨ ਹੈ, ਉਹ ਸਰਿੰਜ ਉਹਦੇ ਕੋਲ ਪਈ ਹੈ, ਨਸ਼ੇ 'ਚ ਧੁੱਤ ਸਿਰ ਸੁੱਟ ਕੇ ਪਿਆ। ਅੱਜ ਦਿਨ ਖਬਰਾਂ ਵੀ ਬਣਦੀਆਂ, ਸਰਕਾਰ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਸੀ ਪਾਏ, ਗੱਲ ਕਰਾਂਗੇ ਉਦੋਂ ਵੀ ਜਦੋਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਲਈ ਸੀ। ਖੈਰ ਉਹਨਾਂ ਤੇ ਕਾਂਗਰਸ ਦਾ ਹਾਲ ਕੀ ਕੀਤਾ ਲੋਕਾਂ ਨੇ, ਉਹ ਤੇ ਸਭ ਦੇ ਸਾਹਮਣੇ ਹੀ ਹੈ। ਇਹਨਾਂ ਨੇ ਵੀ ਲੋਕ ਬੇਸਿਕਲੀ ਕਰਨ ਕੀ ਸਮਝ ਤੇ ਵੀ ਹੈ ਨਾ ਜੀ, ਲੋਕ ਵਿਚਾਰੇ ਇੱਕ ਤੋਂ ਪਰੇਸ਼ਾਨ ਹੋ ਜਾਂਦੇ ਤੇ ਉਹ ਦੂਜੇ ਕੋ ਇਹ ਚਲੇ ਜਾਂਦੇ ਨੇ। ਵੀ ਇਹਨਾਂ ਦਾ ਵੀ ਹਾਲ ਬਾਬਿਆਂ ਵਰਗਾ ਤੇ ਡਾਕਟਰਾਂ ਵਰਗਾ ਵੀ ਇੱਕ ਡਾਕਟਰ ਕੋ ਠੀਕ ਨਹੀਂ ਹੁੰਦੇ, ਦੂਜੇ ਡਾਕਟਰ ਕੋ, ਦੂਜੇ ਕੋ ਨਹੀਂ ਹੁੰਦੇ, ਤੀਜੇ ਕੋ ਵੀ ਸਰਕਾਰ ਇਹ ਕਰਨ ਕੀ। ਉਹਨਾਂ ਦੇ ਇਲਾਕੇ ਦੇ ਵਿੱਚ ਪਹਿਲੇ ਵੀ ਅਸੀਂ ਗੱਲ ਕੀਤੀ ਹੈ ਵੀ ਬਾਰ-ਬਾਰ ਨਸ਼ਾ ਕਾਬੂ ਨਹੀਂ ਪਾਇਆ ਜਾ ਰਿਹਾ। ਇਹ ਭੰਡਾਰੀ ਸਾਹਿਬ ਐਮਐਲਏ ਸ਼੍ਰੀਮਤੀ ਜੀਵਨਜੋਤ ਕੌਰ ਦਾ ਇਲਾਕਾ ਮੋਹਕਮਪੁਰਾ ਜੀ, ਉੱਥੇ ਦਾ ਅੱਜ ਵਾਕਿਆ ਵੀ ਇੱਕ ਟੈਂਪੂ ਵਾਲੇ ਦੀ ਵੀਡੀਓ ਵਾਇਰਲ ਹੋ ਰਹੀ ਆ, ਸਰਿੰਜ ਦਾ ਇੰਜੈਕਸ਼ਨ ਲਾ ਕੇ ਉਹ ਆਪਣੇ ਸਟੀਅਰਿੰਗ ਤੇ ਹੀ ਆਉਂ ਸਿਰ ਰੱਖ ਕੇ ਡਿੱਗਿਆ ਪਿਆ। ਅੱਗੇ ਵੀ ਉਹਨਾਂ ਦੇ ਇਲਾਕੇ ਮਕਬੂਲਪੁਰੇ ਦੀ, ਉਹ ਵੀ ਬੜਾ ਇਲਾਕਾ, ਇੱਕ ਯੁਵਤੀ ਦੀ ਹੋਈ ਵੀਡੀਓ, ਪਹਿਲਾਂ ਵੀ 2 ਲੇਡੀਜ਼ ਦੀਆਂ ਵੀਡੀਓ ਵਾਇਰਲ ਹੋਈਆਂ ਸੀ। ਹੁਣ ਨਸ਼ਾ ਬੜਾ ਗੰਭੀਰ ਮੁੱਦਾ ਬਣ ਗਿਆ। ਜਵਾਨੀ ਜਿਹੜੀ ਸਾਡੀ ਹੈ ਨਾ ਪੰਜਾਬ ਦੀ, ਉਹਨੂੰ ਨਸ਼ਾ ਖਾ ਰਿਹਾ। ਜੀ ਤੇ ਵੇਖੋ ਵੀ ਜਦੋਂ ਕਾਲੀ ਸਰਕਾਰ ਸੀ ਤੇ ਕਹਿੰਦੇ ਵੀ ਕਾਲੀ ਸਮਰਥਕ ਜਿਹੜੇ ਹੈਗੇ ਉਹ ਨਸ਼ਾ ਵੇਚਦੇ ਆ ਜੀ। ਲੋਕਾਂ ਨੇ ਬਦਲਾਵ ਲਿਆਂਦਾ, ਕਾਂਗਰਸ ਆ ਗਈ, ਅੱਗੇ ਨੂੰ ਵੀ ਜ਼ਿਆਦਾ ਵੇਚਣ ਲੱਗ ਪਿਆ। ਲੋਕੀ ਕਹਿੰਦੇ ਵੀ ਹੁਣ ਕਾਂਗਰਸ ਸਮਰਥਕ ਵੇਚਣ ਲੱਗ ਪਏ, ਕਾਲੀਆਂ ਦਾ ਕੰਮ ਉਹ ਕਰਨ ਲੱਗ ਪਏ ਆ। ਹੁਣ ਦੋਵੇਂ ਸਰਕਾਰਾਂ ਚੱਲ ਗਈਆਂ, ਲੋਕਾਂ ਚੁਣ ਕੇ ਕਟਰਮਾਨ ਦਾ ਸਰਕਾਰ ਲੈਂਦੀ ਆ। ਹੁਣ ਇਹਨਾਂ ਨੂੰ ਮੇਰਾ ਸਵਾਲ ਆ ਵੀ ਹੁਣ ਨਸ਼ਾ ਕੌਣ ਵੇਚਣ ਡਿਆ? ਇਹ ਤਾਂ ਦੱਸੋ ਲੋਕਾਂ ਨੂੰ, ਨਸ਼ਾ ਵੇਚਣ ਕੌਣ ਡਿਆ? ਨੋ ਡਾਊਟ ਬਹੁਤ ਭਾਰੀ ਤਦਾਦ 'ਚ ਫੜਿਆ ਵੀ ਜਾ ਰਿਹਾ। ਜਿੱਦਾਂ ਜਾਜੀ ਜੇਲ੍ਹ ਤੇ ਡਾਕਟਰ ਕੋ ਫੜਿਆ ਗਿਆ, 197 ਗ੍ਰਾਮ ਫੜ ਲਿਆ, 93 ਗ੍ਰਾਮ ਨਸ਼ਾ ਬਹੁਤ ਭਾਰੀ ਮਤਲਬ। ਪਰ ਨਸ਼ਾ ਵੇਚਣ ਕਿੱਥੋਂ ਡਿਆ, ਆਣ ਕਿੱਥੋਂ ਡਿਆ? ਕਦੀ ਗੁਜਰਾਤ 'ਚੋਂ ਆ ਰਿਹਾ, ਕਦੀ ਕਿਤੋਂ ਦੀ ਫੜ ਕੇ ਲਿਆ ਰਹੇ ਜੇ। ਇਹ ਨਸ਼ੇ ਦੀ ਰੋਕਥਾਮ ਕਰਨੀ ਚਾਹੀਦੀ। ਹੁਣ ਵੇਚਣ ਕੌਣ ਡਿਆ? ਗੱਲ ਤੇ ਹੁਣ ਇਹ ਮੇਨ ਸਵਾਲ ਹੈਗਾ ਵੀ ਹੁਣ ਵੇਚਦਾ ਕੌਣ ਆ ਅਤੇ ਕਿਹਦੀ ਸੁਰੱਖਿਆ? ਜੇ ਕਾਲੀ ਜਾਂ ਕਾਂਗਰਸੀ, ਉਹਨਾਂ ਸੁਰੱਖਿਆ ਤੁਹਾਨੂੰ ਫੜ ਕੇ ਅੰਦਰ ਦਿਓ। ਹੁਣ ਉਹ ਤੇ ਸਰਕਾਰਾਂ ਚੱਲ ਗਈਆਂ, ਹੁਣ ਤੇ ਚੱਲਦੀ ਤੁਹਾਡੀ ਆ। ਤੇ ਜੇ ਉਹ ਵੇਚਦੇ ਤਾਂ ਫੜ ਕੇ ਅੰਦਰ ਦੇ ਦਿਓ। ਤੇ ਜੇ ਕੋਈ ਤੁਹਾਡਾ ਬੰਦਾ ਇਹ 'ਚ ਇਨਵੋਲਵ ਹੈਗਾ ਜਾਂ ਕੋਈ ਸਮਗਲਰ ਹੈਗਾ ਤਾਂ ਉਹਨੂੰ ਸ਼ੈਲਟਰ ਕੌਣ ਕਰਨ ਡਿਆ? ਉਹ ਨੰਗੀ ਹੋਣੀ ਚਾਹੀਦੀ, ਜਨਤਾ ਦੇ ਸਾਹਮਣੇ ਆਉਣਾ ਚਾਹੀਦਾ ਸਾਰਾ ਮੁੱਦਾ ਜਿਹੜਾ ਹੈਗਾ ਵੀ ਕੌਣ ਨਸ਼ਾ ਵੇਚਣ ਡਿਆ। ਨਸ਼ਾ ਬੜਾ ਗੰਭੀਰ ਮੁੱਦਾ, ਸਰਕਾਰ ਨੂੰ ਇਹ ਤੇ ਕੜੇ ਐਕਸ਼ਨ ਲੈਣਾ ਚਾਹੀਦਾ। ਤੇ ਮੈਨੂੰ ਉਮੀਦ ਆ ਭਗਵੰਤ ਮਾਨ ਜੀ ਇਦਾਂ ਕਰਪਸ਼ਨ ਦੇ ਅਗੇਂਸਟ ਐਕਸ਼ਨ ਲੈ ਰਹੇ ਆ, ਨਸ਼ੇ ਦੇ ਅਗੇਂਸਟ ਵੀ ਬੜਾ ਸਖਤ ਐਕਸ਼ਨ ਲੈਣਗੇ। ਜਿਹਦੀ ਕਿ ਤੇਲੰਗਾਨਾ ਦੇ ਵਿੱਚ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਵੀ ਪੁਲਿਸ ਦਾ ਬਿਆਨ ਹੈ, ਉੱਥੇ ਕਹਿਣਾ ਵੀ ਜੇ TRS ਦੇ 4 ਵਿਧਾਇਕਾਂ ਨੂੰ ਖਰੀਦਣ ਵਾਸਤੇ 100 ਕਰੋੜ ਰੁਪਏ ਦੀ ਜਿਹੜੀ ਡੀਲ ਹੋਈ ਹੈ। ਵੈਸੇ ਤੇ ਇਹ ਕੋਈ ਨਵੀਂ ਗੱਲ ਤੇ ਨਹੀਂ ਹੈ ਵੀ ਇਹ ਗੱਲਾਂ ਤਾਂ ਪਹਿਲੇ ਵੀ ਹੁੰਦੀਆਂ ਰਹੀਆਂ। ਪੰਜਾਬ 'ਚ ਵੀ ਖੈਰ ਆਰੋਪ ਲਾਏ ਸੀ ਆਮ ਆਦਮੀ ਪਾਰਟੀ ਨੇ, ਇਹਨੂੰ ਆਰੋਪ ਲੱਗਿਆ ਵੀ ਕੋਈ ਮਹੀਨਾ 1.5 ਮਹੀਨਾ ਹੋ ਗਿਆ, ਸੱਚਾਈ ਤੇ ਸਾਹਮਣੇ ਨਹੀਂ ਆਈ ਵੀ ਆਪਰੇਸ਼ਨ ਲੋਟਸ ਦੇ ਤਹਿਤ 25 ਕਰੋੜ ਰੁਪਏ ਸਾਡੇ MLA ਹੋਏ। ਇੱਕ ਜਿਹੜੇ ਪਠਾਨ ਮਾਜਰਾ ਸਾਹਿਬ ਨੇ ਜਿਹੜੇ ਉਹਨਾਂ ਨੇ ਇੱਥੋਂ ਤਾਂ ਕਹਿਤਾ ਹੈ ਵੀ ਮੈਨੂੰ 100 ਕਰੋੜ ਰੁਪਏ ਦੀ ਆਫਰ ਹੋਈ ਹੈ। ਹੁਣ ਇਹ ਤੇਲੰਗਾਨਾ ਦੇ ਵਿੱਚ ਵੀ ਇਹ ਜਿਹੜਾ ਸਾਹਮਣੇ ਆਈ ਗੱਲ ਤੇ ਆਰੋਪ ਹਮੇਸ਼ਾ ਬੀਜੇਪੀ ਦੇ ਲੱਗਦੇ ਨੇ ਵੀ ਬੀਜੇਪੀ 100 ਕਰੋੜ ਰੁਪਏ ਦੇ ਜਿਹੜੇ MLA ਖਰੀਦੀ ਹੈ। ਕਾਰਨ ਕੀ ਹੈ? ਭੰਡਾਰੀ ਸਾਹਿਬ ਉੱਥੇ TRS ਦੀ ਜਿਹੜੀ ਸਰਕਾਰ ਹੈਗੀ ਆ ਜੀ ਤੇਲੰਗਾਨਾ ਰਾਸ਼ਟਰ ਸਮਿਤੀ, ਉਹਦੇ ਜਿਹੜੇ ਸੋਸ਼ਲ ਮੀਡੀਆ ਦੇ ਸਹਿਯੋਗ ਆ ਸਤੀਸ਼ ਰੈਡੀ, ਉਹਨਾਂ ਨੇ ਸੋਸ਼ਲ ਮੀਡੀਆ ਤੇ ਇਹ ਖਬਰ ਪੇ ਨਿਊਜ਼ ਪਾਈ ਆ। ਹੈਦਰਾਬਾਦ ਪੁਲਿਸ ਨੇ ਇੱਕ ਬਾਹਰ ਹੈਦਰਾਬਾਦ ਫਾਰਮ ਹਾਊਸ ਬਾਹਰ ਹੀ ਉੱਥੇ ਰੇਡ ਕਰਕੇ 4 MLA ਨੂੰ ਰਿਸ਼ਵਤ ਦੀ ਪੇਸ਼ਕਸ਼ ਕਰਦਿਆਂ 3 ਏਜੰਟਾਂ ਨੂੰ ਫੜ ਲਿਆ। ਅੱਛਾ। ਜਿਨ੍ਹਾਂ ਦਾ ਇੱਕ ਏਜੰਟ ਦਿੱਲੀ ਦਾ ਸੀ, ਇੱਕ ਤਿਰੂਪਤੀ ਦਾ ਸੀ,
ਇੱਕ ਹੈਦਰਾਬਾਦ ਦਾ ਸੀ। ਉਹਨਾਂ ਕੋਲ 15 ਕਰੋੜ ਰੁਪਏ ਦੀ ਬਰਾਮਦੀ ਵੀ ਹੋਈ ਆ। ਉਹਨਾਂ ਦਾ ਆਰੋਪ ਇਹ ਵੀ ਇਹ ਬੀਜੇਪੀ ਦੇ ਏਜੰਟ ਸੀ ਤੇ ਤੇਲੰਗਾਨਾ ਦੇ 4 ਐਮਐਲਏ ਨੂੰ ਖਰੀਦਣ ਵਾਸਤੇ 100 ਕਰੋੜ ਰੁਪਇਆ ਦੇ ਰਹੇ ਸੀ। ਤੁਹਾਨੂੰ ਪਤਾ ਵੀ ਅੱਗੇ ਵੀ ਬੀਜੇਪੀ ਦੇ ਆਰੋਪ ਲੱਗੇ ਗੋਆ 'ਚ ਜੀ, ਮਹਾਰਾਸ਼ਟਰ 'ਚ ਜੀ, ਜੀ। ਮੱਧ ਪ੍ਰਦੇਸ਼ 'ਚ ਜੀ। ਤੇ ਹੁਣ ਆਪ ਪਾਰਟੀ ਨੇ ਪੰਜਾਬ 'ਚ ਵੀ ਆਰੋਪ ਲਾਏ। ਕਾਰਵਾਈ ਤੇ ਬੀਜੇਪੀ ਕੋਈ ਨਾ ਕੋਈ ਉਲਟ ਪੁਲਟ ਤੇ ਕਰ ਹੀ ਦਿੰਦੀ ਜੇ। ਹੁਣ ਇੱਥੇ ਆਪ 'ਚ ਦੇ ਬੰਦੇ ਬੜੇ ਜ਼ਿਆਦਾ ਸੀ, ਖਰੀਦੇ ਨਹੀਂ ਇੰਨੇ ਜਾ ਸਕਦੇ, ਨਹੀਂ ਤੇ ਪਲਟਾ ਇੱਥੇ ਵੱਜ ਜਾਣਾ ਸੀ। ਮਾਰ ਹੈਗੇ ਇਸ ਕੰਮ ਦੇ ਵਿੱਚ ਬੀਜੇਪੀ ਵਾਲੇ। ਹਾਰਸ ਟ੍ਰੇਡਿੰਗ ਜਿੱਦਾਂ ਗੋਆ ਦੇ ਵਿੱਚ ਇਹਨਾਂ ਨੇ ਕੀਤਾ, ਮਹਾਰਾਸ਼ਟਰ 'ਚ ਵੇਖ ਲਓ। ਆਪ ਉਧਰ ਪਤਾ ਹੀ ਨਹੀਂ, ਫਿਰ ਇਹਨੂੰ ਹੋਰ ਮੁੱਖ ਮੰਤਰੀ ਹੋ ਜਾਂਦਾ। ਇੱਦਾਂ ਹੀ ਮੱਧ ਪ੍ਰਦੇਸ਼ 'ਚ ਇਹਨਾਂ ਨੇ ਜੀ ਕੰਮ ਚਲਾਤਾ। ਰਾਜਸਥਾਨ ਲੈ ਚੱਲੇ ਸੀ ਪਰ ਬਚ ਗਿਆ, ਕਾਂਗਰਸ ਕੋਲੋਂ ਪਤਾ ਨਹੀਂ ਕਿੱਦਾਂ ਬਚ ਗਿਆ। ਇਹ ਕੰਮ ਹੋ ਰਿਹਾ ਜਿਹੜਾ ਖਰੀਦੋ ਫਰੋਖਤ ਮਾੜੀ ਚੀਜ਼ ਆ, ਕਿਸੇ ਵੀ ਪਾਰਟੀ ਵਾਸਤੇ ਚੰਗੀ ਨਹੀਂ। ਤੁਹਾਡੀ ਤਾਂ ਵੈਸੇ ਜਿਹੜੀ ਆ ਮੇਨ ਜਿਹੜੀ ਹੈਗੀ ਆ, ਇੰਨੇ ਮੋਦੀ ਸਾਹਿਬ ਦਾ ਕੋਈ ਤੋੜ ਨਹੀਂ ਹੈ। ਕੋਲ ਆ, ਮੋਦੀ ਸਾਹਿਬ ਦਾ ਕੋਈ ਤੋੜ ਨਹੀਂ। ਉਹ ਤਾਂ ਵੈਸੇ ਖਲੋ ਜਾਣ ਜਿੱਥੇ ਜਾ ਕੇ ਮੋਦੀ ਸ਼ਾਹ ਦੀ ਜੋੜੀ ਤੇ ਵੋਟਾਂ ਵੈਸੇ ਪੈ ਜਾਂਦੀਆਂ। ਇਹੋ ਜਿਹੇ ਕੰਮਾਂ 'ਚ ਇਹਨਾਂ ਨੂੰ ਗਰੇਜ ਕਰਨਾ ਚਾਹੀਦਾ ਜੇ ਇਹਨਾਂ ਨੇ ਕੀਤਾ ਤੇ। ਨਹੀਂ ਉਹ ਆਰੋਪ ਹੈਗੇ ਆ, ਆਰੋਪ ਲੱਗਦੇ ਪਰ ਕਿ ਮੰਨਦੇ ਥੋੜੀ ਵੀ ਅਸੀਂ ਕੀਤਾ, ਮੰਨਦੇ ਨਹੀਂ। ਪਰ ਚਲੋ ਧੰਨਵਾਦ ਸ਼ਰਮਾ ਜੀ, ਅੱਜ ਦਿਓ ਸਾਨੂੰ ਇਜਾਜ਼ਤ। ਵੇਖੋ ਕਿਸ ਤਰ੍ਹਾਂ ਜੇਲ੍ਹ ਦੇ ਵਿੱਚ ਅੰਦਰ ਬੈਠੇ ਜਿਹੜੇ ਡਾਕਟਰ ਨੇ, ਉਹਨਾਂ ਦਾ ਕੰਮ ਹੈ ਉੱਥੇ ਕੈਦੀਆਂ ਦੀ ਸਿਹਤ ਦੀ ਜਿਹੜੀ ਹੈ ਉਹ ਜਾਂਚ ਕਰਨਾ, ਉਹਨਾਂ ਦਾ ਇਲਾਜ ਕਰਨਾ, ਉਹਨਾਂ ਨੂੰ ਦਵਾਈ ਦੇਣਾ। ਪਰ ਇਹ ਡਾਕਟਰ ਉਹਨੂੰ ਚਿੱਟਾ ਦੇਣ ਡਿਆ ਸੀਗਾ ਵੀ ਜੇ ਸੱਚ ਹੈ, ਸਾਰੀਆਂ ਚੀਜ਼ਾਂ ਜੇ ਸਾਹਮਣੇ ਆ ਜਾਂਦੀਆਂ ਜਾਂਚ, ਇਹੋ ਜਿਹੇ ਡਾਕਟਰ ਦੀ MBBS ਦੀ ਡਿਗਰੀ ਰੱਦ ਕਰ ਦੇਣੀ ਚਾਹੀਦੀ ਹੈ। ਪੰਜਾਬ ਮੈਡੀਕਲ ਕੌਂਸਲ ਨੂੰ ਸਾਡੇ ਵੱਲੋਂ ਇਹ ਵੀ ਇੱਕ ਗੁਜ਼ਾਰਿਸ਼ ਕੀਤੀ ਜਾਂਦੀ ਹੈ। ਕਿਸ ਤਰ੍ਹਾਂ ਨਵੀਂ ਚਰਚਾ ਛੇੜ ਦਿੱਤੀ ਗਈ ਹੈ ਵੀ ਨੋਟਾਂ ਦੇ ਉੱਤੇ ਮਾਂ ਲక్ష్ਮੀ ਤੇ ਗਣੇਸ਼ ਜੀ ਦੀ ਤਸਵੀਰ ਹੋਣੀ ਚਾਹੀਦੀ ਹੈ। ਪਰ ਕਿਆ ਤਸਵੀਰਾਂ ਲਾਉਣ ਦੇ ਨਾਲ ਬੇਰੁਜ਼ਗਾਰੀ ਦੂਰ ਹੋ ਜਾਏਗੀ, ਮਹਿੰਗਾਈ ਘਟ ਜਾਏਗੀ, ਲੋਕਾਂ ਨੂੰ ਕੰਮਕਾਰ ਮਿਲ ਜਾਏਗਾ, ਗੁੰਡਾਗਰਦੀ ਖਤਮ ਹੋ ਜਾਏਗੀ, ਰਿਸ਼ਵਤਖੋਰੀ ਬੰਦ ਹੋ ਜਾਏਗੀ? ਇਹਦਾ ਜਵਾਬ ਵੀ ਅਰਵਿੰਦ ਕੇਜਰੀਵਾਲ ਉਹਨਾਂ ਨੂੰ, ਜਨਤਾ ਨੂੰ ਦੇਣਾ ਚਾਹੀਦਾ ਹੈ ਵੀ ਕਿਸ ਤਰ੍ਹਾਂ ਸਿੰਚਾਈ। ਪੰਜਾਬ ਸਰਕਾਰ ਵੈਸੇ ਤੇ ਬੜੇ ਦਾਅਵੇ ਕਰਦੀ ਹੈ ਕਿ ਅਸੀਂ ਕਿਸ ਤਰ੍ਹਾਂ ਭ੍ਰਸ਼ਟਾਚਾਰ ਦੇ ਖਿਲਾਫ ਜਿਹੜਾ ਅਭਿਆਨ ਚਲਾਇਆ, ਪਰ ਜਿਹੜੇ ਭ੍ਰਸ਼ਟਾਚਾਰੀ ਫੜੇ ਜਾ ਚੁੱਕੇ ਨੇ ਪਹਿਲੇ ਵਿਜੀਲੈਂਸ ਦੀ ਗ੍ਰਿਫਤ 'ਚ, ਕਿਸੇ ਨੇ ਉਹਨਾਂ ਦੇ ਉੱਪਰ ਕੇਸ ਚੱਲਦੇ ਪਏ ਨੇ ਜਾਂ ਉਹਨਾਂ ਦੇ ਉੱਪਰ ਪੈਂਡਿੰਗ ਇਨਕੁਆਰੀਆਂ, ਉਹਨਾਂ ਨੂੰ ਪ੍ਰਾਈਮ ਪੋਸਟਾਂ ਤੇ ਕਿਉਂ ਲਾਇਆ ਹੋਇਆ? ਸਰਕਾਰ ਨੂੰ ਇੱਧਰ ਵੀ ਧਿਆਨ ਕਰਨਾ ਚਾਹੀਦਾ। 100 ਕਰੋੜ ਰੁਪਏ ਦੇ ਵਿੱਚ 4 MLA ਖਰੀਦਣ ਦੀ ਗੱਲਬਾਤ ਚੱਲ ਰਹੀ ਹੈ। ਉਹਨੂੰ ਇਹ ਸੱਚਾਈ ਕਿੰਨੀ ਹੈ ਇਹ ਤੇ ਜਾਂ ਤੇ ਦੇਣ ਵਾਲਾ ਜਾਣੇ ਜਾਂ ਲੈਣ ਵਾਲਾ ਜਾਣੇ, ਪਰ 100 ਕਰੋੜ ਰੁਪਇਆ ਬਹੁਤ ਹੁੰਦਾ ਹੈ। ਤੁਹਾਡੀਆਂ ਵੋਟਾਂ ਲੈ ਕੇ ਲੋਕਾਂ ਨੂੰ ਇਹ ਸਮਝਣਾ ਪਏਗਾ ਵੀ ਤੁਹਾਡੀਆਂ ਵੋਟਾਂ ਲੈ ਕੇ ਤੁਹਾਨੂੰ ਇਹ ਕਹਿ ਕੇ ਵੀ ਅਸੀਂ ਸੇਵਾ ਕਰਨ ਵਾਸਤੇ ਆਏ ਆ, ਵੀ ਸੇਵਾ ਕਿੱਦਾਂ ਦੀ ਕਰਦੇ ਆ। ਇਹਨਾਂ ਦਾ ਮੁੱਲ 25 ਕਰੋੜ ਲੱਗਦਾ ਤੇ 25 ਕਰੋੜ ਰੁਪਏ ਤੋਂ ਬਾਅਦ ਇਹ ਕਿੰਨੀ ਕਮਾਈ ਕਰਦੇ ਨੇ? ਇਹਨਾਂ ਦੀਆਂ ਤੇ 7-7 8-8 10-10 ਪੁਸ਼ਤਾਂ ਨੂੰ ਹੀ ਕੋਈ ਕੰਮ ਕਰਨ ਦੀ ਲੋੜ ਨਹੀਂ ਹੈ। ਬਾਕੀ ਫੈਸਲਾ ਜਨਤਾ ਨੇ ਆਪ ਕਰਨਾ ਹੈ। ਸਾਡੀ ਹਮੇਸ਼ਾ ਹੀ ਗੁਜ਼ਾਰਿਸ਼ ਰਹਿੰਦੀ ਹੈ, ਆਪਣੇ ਵੋਟ ਨੂੰ ਵੇਚੋ ਨਾ। ਤੇ ਤੁਹਾਡਾ ਜਿਹੜਾ ਲੀਡਰ ਹੈ, ਤੁਸੀਂ ਉਹਦੇ ਗੁਲਾਮ ਨਹੀਂ ਹੋ, ਤੁਸੀਂ ਉਹਨੂੰ ਵੋਟਾਂ ਪਾ ਕੇ ਚੁਣਿਆ, ਉਹ ਤੁਹਾਡੀ ਜਿਹੜਾ ਜਵਾਬਦੇਹ ਹੈ ਤੁਹਾਡੇ ਵਾਸਤੇ। ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਤੁਹਾਡੇ ਲਈ ਕੀਤਾ ਕੀ। ਸਾਨੂੰ ਦਿਓ ਇਜਾਜ਼ਤ, ਲੇਕਿਨ ਜਾਣ ਤੋਂ ਪਹਿਲੇ ਇੱਕ ਵਾਰੀ ਫਿਰ ਸਾਡੀ ਇਹੀ ਗੁਜ਼ਾਰਿਸ਼ ਹੈ ਵੀ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਚੰਗਾ ਲੱਗਦਾ ਹੈ, ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਕਮੈਂਟ ਕਰੋ ਤੇ ਸਾਡੀ ਖਬਰ ਨੂੰ ਸ਼ੇਅਰ ਜ਼ਰੂਰ ਕਰੋ। ਤੁਹਾਡੀਆਂ ਇਹਨਾਂ 2-3 ਚੀਜ਼ਾਂ ਦੇ ਨਾਲ ਸਾਡੇ ਦੇ ਜਿਹੜੇ ਆ ਹੌਸਲਾ ਸਾਡਾ ਹੋਰ ਵੀ ਵੱਧਦਾ ਹੈ। ਸਾਨੂੰ ਜੋ ਇਜਾਜ਼ਤ, ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ। ਨਮਸਕਾਰ, ਸਤਿ ਸ਼੍ਰੀ ਅਕਾਲ।